श्री वाहिगुरु साहिब जीओ। महला पहला। मास मास कर मूर्ख झगड़े, ज्ञान ध्यान नहीं जानै। कौन मास कौन साग कहावै, किस्म है पाप समानै। मास मास कर मूर्ख झगड़े, ज्ञान ध्यान नहीं जानै। ਆਪਾਂ ਸਰਵਣ ਕਰਦੇ ਆ ਰਹੇ ਹਾਂ ਕਿ ਕੁਰੂਕਸ਼ੇਤਰ ਦੀ ਧਰਤੀ ਤੇ ਜਿੱਥੇ ਆਪਣੇ ਆਪ ਨੂੰ ਨਾਨਕ ਚੰਦ ਅਖਵਾਉਣ ਵਾਲਾ ਭਾਈ ਨਾਨੂ ਪੰਡਤ ਜੋ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਖਵਾਉਣਾ ਕਰਦਾ ਹੈ, ਉਸ ਵੇਲੇ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਪਹੁੰਚੇ ਸਨ ਉਸ ਦਾ ਪਰਦਾ ਖੋਲ੍ਹਣ ਵਾਸਤੇ। ਜਿਸ ਵੇਲੇ ਰਾਜਾ ਅੰਮ੍ਰਿਤ ਰਾਏ ਦਾ ਪੁੱਤਰ ਜਗਤ ਰਾਏ ਆਪਣੀ ਮਾਤਾ ਦੇ ਨਾਲ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਦੇ ਵਿੱਚ ਆਇਆ, ਉਹਨਾਂ ਨੇ ਅਰਦਾਸ ਬੇਨਤੀ ਕੀਤੀ ਤਾਂ ਉਸ ਵੇਲੇ ਸਤਿਗੁਰਾਂ ਨੇ ਇੱਕ ਮੱਟੀ ਦੇ ਵਿੱਚ ਜੋ ਉਹਨਾਂ ਦੇ ਕੋਲੋਂ ਹਿਰਨ ਮਰਿਆ ਸੀ ਉਸ ਨੂੰ ਰਿੰਨ੍ਹਣ ਵਾਸਤੇ ਚੁੱਲ੍ਹੇ ਦੇ ਉੱਪਰ ਧਰ ਦਿੱਤਾ। ਸੋ ਇਸ ਨੂੰ ਦੇਖਦਿਆਂ ਹੋਇਆਂ ਜੋ ਨਾਨੂ ਪੰਡ ਦੇ ਸਥਾਨਾਂ ਦੇ ਉੱਪਰ ਹੋਰ ਸੰਨਿਆਸੀ ਬ੍ਰਾਹਮਣ ਪੰਡਤ ਰਹਿੰਦੇ ਸਨ, ਉਹਨਾਂ ਨੇ ਆ ਕੇ ਸਤਿਗੁਰਾਂ ਦੇ ਨਾਲ ਵਿਚਾਰ ਵਟਾਂਦਰਾ ਭਾਵ ਝਗੜਨਾ ਸ਼ੁਰੂ ਕਰ ਦਿੱਤਾ ਸੀ। ਤਾਂ ਉਸ ਵੇਲੇ ਉਹਨਾਂ ਨੇ ਸਤਿਗੁਰਾਂ ਦੇ ਨਾਲ ਵਿਚਾਰ ਵਟਾਂਦਰਾ ਕੀਤੀ। ਸਤਿਗੁਰਾਂ ਦੇ ਵਚਨ ਸੁਣ ਕੇ ਉਹਨਾਂ ਨੂੰ ਕੋਈ ਵੀ ਸਵਾਲ ਦਾ ਜਵਾਬ ਨਹੀਂ ਸੀ ਆਇਆ, ਭਾਵ ਸਤਿਗੁਰਾਂ ਦੇ ਪਾਸੋਂ ਹਾਰ ਖਾ ਗਈ। ਤਾਂ ਉਸ ਵੇਲੇ ਹਾਰ ਖਾ ਕੇ ਆਪਣੇ ਵੱਡੇ ਪੰਡਤ ਨਾਨੂ ਦੇ ਕੋਲ ਜਾਂਦੇ ਨੇ। ਤਾਂ ਉਸ ਵੇਲੇ ਨਾਨੂ ਪੰਡਤ ਸਤਿਗੁਰਾਂ ਦੇ ਨਾਲ ਵਿਚਾਰ ਕਰਨ ਵਾਸਤੇ ਆਉਂਦਾ ਹੈ। ਤਾਂ ਆਪਾਂ ਸਰਵਣ ਕਰ ਰਹੇ ਸੀ ਤਾਂ ਉਸ ਵੇਲੇ ਭਾਈ ਨਾਨੂ ਪੰਡਤ ਨੂੰ ਸਾਰੇ ਜਿਹੜੇ ਸੰਨਿਆਸੀ ਉਹਨਾਂ ਦੇ ਕਹਿਣ 'ਤੇ ਨਾਨੂ ਪੰਡਤ ਸਤਿਗੁਰਾਂ ਦੇ ਕੋਲ ਆਇਆ। ਤਾਂ ਉਸ ਨਾਨੂ ਪੰਡਤ ਨੇ ਸਤਿਗੁਰਾਂ ਨੂੰ ਕਿਹਾ ਕਿ ਹੇ ਫਕੀਰ, ਤੂੰ ਵੱਡਾ ਕੁਕਰਮ ਕੀਤਾ ਹੈ। ਅੱਜ ਤਿਉਹਾਰ ਦਾ ਦਿਹਾੜਾ ਸੀ ਤੇ ਤੂੰ ਕਿਸੇ ਪ੍ਰਕਾਰ ਦਾ ਤੂੰ ਸਾਨੂੰ ਧਰਮ ਬਾਰੇ ਦੱਸ ਨਹੀਂ ਰਿਹਾ, ਭਾਵ ਆਪਣੇ ਧਰਮ ਦੇ ਬਾਰੇ ਸਾਨੂੰ ਨਹੀਂ ਦੱਸਿਆ। ਅੱਜ ਸੂਰਜ ਨੂੰ ਗ੍ਰਹਿਣ ਲੱਗਿਆ ਜਿਹਦੇ ਤੁਸੀਂ ਨੇ ਚੁੱਲ੍ਹੇ ਦੇ ਉੱਪਰ ਮਾਸ ਰਿੰਨ੍ਹਣਾ ਕਰ ਦਿੱਤਾ ਹੈ। ਇਸ ਤਰ੍ਹਾਂ ਸਤਿਗੁਰਾਂ ਨੂੰ ਆ ਕੇ ਕਹਿਣ ਲੱਗਿਆ ਤਾਂ ਉਸ ਵੇਲੇ ਸਤਿਗੁਰਾਂ ਨੇ ਉਸ ਨਾਨੂ ਪੰਡਤ ਦਾ ਜਵਾਬ ਦੇਣ ਹਿੱਤ ਆਪਣੇ ਪਵਿੱਤਰ ਮੁਖਾਰਬਿੰਦ ਤੋਂ ਸ਼ਬਦ ਦਾ ਉਚਾਰਨ ਕਰਕੇ ਉਸ ਨਾਨੂ ਪੰਡਤ ਨੂੰ ਸਮਝਾਉਣਾ ਕਰਦੇ ਹਨ ਕਿ ਮਾਸ ਮਾਸ ਕਰ ਮੂਰਖ ਝਗੜੇ, ਗਿਆਨ ਧਿਆਨ ਨਹੀਂ ਜਾਣੇ। ਸਤਿਗੁਰੂ ਜੀ ਕਹਿਣ ਲੱਗੇ ਕਿ ਆਪਣੇ ਵੱਲੋਂ ਮਾਸ ਦਾ ਤਿਆਗੀ ਮੂਰਖ ਪੰਡਤ ਨੂੰ ਮਾਸ ਮਾਸ ਆਖ ਕੇ ਭਾਵ ਝਗੜਾ ਕਰਦਾ ਹੈ, ਚਰਚਾ ਕਰਦਾ ਹੈ, ਪਰ ਕਿਸੇ ਤਰ੍ਹਾਂ ਵੀ ਤੂੰ ਆਪਣੇ ਆਤਮਿਕ ਜੀਵਨ ਵਿੱਚ ਇਸ ਮਾਸ ਦੇ ਬਾਰੇ ਕੁਝ ਵੀ ਸਮਝਣ ਦੀ ਜੋ ਤੇਰੇ ਵਿੱਚ ਸੁਰਤ ਨਹੀਂ ਹੈ। ਕੌਣ ਮਾਸ ਕੌਣ ਸਾਗ ਕਹਾਵੈ, ਕਿਸਮ ਪਾਪ ਸਮਾਨੈ। ਜੇ ਤੇਰੇ ਵਿੱਚ ਇਹ ਸਮਝ ਹੋਵੇ ਤਾਂ ਤੈਨੂੰ ਪਤਾ ਹੋਣਾ ਚਾਹੀਦਾ ਕਿ ਮਾਸ ਤੇ ਸਾਗ ਦੇ ਵਿੱਚ ਕੀ ਫਰਕ ਹੈ, ਤੇ ਕਿਸ ਦੇ ਖਾਣ ਦੇ ਵਿੱਚ ਪਾਪ ਹੈ ਤੇ ਕਿਸ ਦੇ ਖਾਣ ਦੇ ਵਿੱਚ ਪੁੰਨ ਹੈ। ਗੈਂਡਾ ਮਾਰ ਹੋਮ ਜਗ ਕੀਏ, ਦੇਵਤਿਆਂ ਕੀ ਬਾਣੇ। ਪਿਛਲੇ ਸਮੇਂ ਦੇ ਅੰਦਰ ਆਪਾਂ ਸਰਵਣ ਕਰਦੇ ਹਾਂ ਕਿ ਜੋ ਵੀ ਦੇਵੀ ਦੇਵਤੇ ਸਨ ਉਹਨਾਂ ਦੇ ਸ਼ਰਧਾਲੂ ਉਹਨਾਂ ਨੂੰ ਖੁਸ਼ ਕਰਨ ਦੇ ਵਾਸਤੇ ਗੈਂਡਾ ਮਾਰ ਕੇ ਹੋਰ ਜਾਨਵਰ ਮਾਰ ਕੇ ਉਹਨਾਂ ਨੂੰ ਬਲੀ ਦੇ ਕੇ ਖੁਸ਼ ਕਰਦੇ ਸਨ। ਮਾਸ ਛੋੜ ਬੈਸ ਨਕ ਪਕੜ ਹੈ, ਰਾਤੀ ਮਾਨਸ ਖਾਣੇ। ਭਾਵ ਜਿਹੜਾ ਵੀ ਮਨੁੱਖ ਮਾਸ ਦਾ ਤਿਆਗ ਕਰਦਾ ਹੈ, ਜੋ ਕਿਤੇ ਵੀ ਕਿਸੇ ਮਾਸ ਨੂੰ ਵੇਖਦਾ ਹੈ ਤਾਂ ਉਸ ਵੇਲੇ ਆਪਣਾ ਨੱਕ ਪਕੜ ਕੇ ਬੰਦ ਕਰ ਲੈਂਦਾ ਹੈ ਕਿ ਮੈਨੂੰ ਮਾਸ ਦੀ ਬੋ ਨਾ ਆਵੇ। ਪਰ ਉਹ ਰਾਤ ਨੂੰ ਕੀ ਕਰਦਾ ਹੈ, ਮਨੁੱਖਾਂ ਦਾ ਖੂਨ ਚੂਸਣ, ਮਨੁੱਖਾਂ ਦੇ ਨਾਲ ਧੋਖਾਧੜੀ ਕਰਨ ਬਾਰੇ ਸੋਚਦਾ ਹੈ।
ਉਹ ਵੀ ਇੱਕ ਮਾਸ ਖਾਣ ਦੇ ਬਰਾਬਰ ਹੈ। ਫੜ ਕਰ ਲੋਕਾਂ ਨੂੰ ਦਿਖ ਲਾਭ ਹੈ, ਗਿਆਨ ਧਿਆਨ ਨਹੀਂ ਸੂਝੈ। ਮਾਸ ਨਾ ਖਾਣ ਦਾ ਇਹ ਪਖੰਡ ਕਰਦੇ ਹਨ ਲੋਕ, ਵਿਖਾਵਾ ਕਰਦੇ ਹਨ। ਉਹ ਇਹਨਾਂ ਨੂੰ ਆਪਣੇ ਆਪ ਨੂੰ ਕੋਈ ਵੀ ਸਮਝ ਨਹੀਂ ਹੈ, ਨਾ ਹੀ ਸੁਰਤ ਹੈ। ਨਾਨਕ ਅੰਧੇ ਸਿਓ ਕਿਆ ਕਹੀਐ, ਕਹ ਨ ਕਹਿਆ ਬੂਝੈ। ਪਰ ਇਹ ਨਾਨਕ, ਕਿਸੇ ਅੰਨੇ ਮਨੁੱਖ ਨੂੰ ਸਮਝਾਉਣ ਦਾ ਕੋਈ ਲਾਭ ਨਹੀਂ ਹੈ, ਕੋਈ ਵੀ ਫਾਇਦਾ ਨਹੀਂ ਹੈ। ਜੇ ਕੋਈ ਇਸ ਨੂੰ ਸਮਝਾਉਂਦਾ ਹੈ ਤਾਂ ਵੀ ਇਸ ਨੂੰ ਸਮਝਾਇਆ ਨਹੀਂ ਜਾ ਸਕਦਾ। ਆਪਣੇ ਵੱਲੋਂ ਮਾਸ ਦਾ ਤਿਆਗੀ ਮੂਰਖ ਪੰਡਤ ਮਾਸ ਮਾਸ ਆਖ ਕੇ ਝਗੜਾ ਕਰਦਾ ਹੈ। ਅੰਧਾ ਸੋਏ ਜੇ ਅੰਧ ਕਮਾਵੈ, ਤਿਸ ਹਿਰਦੈ ਸੇ ਲੋਚਨ ਨਾਹੀ। ਸਤਿਗੁਰੂ ਜੀ ਕਹਿ ਰਹੇ ਹਨ ਕਿ ਅੰਧਾ ਉਹ ਨਹੀਂ ਹੈ ਜਿਸ ਨੂੰ ਅੱਖਾਂ ਤੋਂ ਨਹੀਂ ਵਿਖਣਾ ਕਰਦਾ, ਭਾਵ ਜਿਸ ਦੇ ਨੇਤਰ ਨਹੀਂ ਹਨ। ਅੰਧਾ ਉਹ ਹੈ ਜਿਸ ਨੂੰ ਸਭ ਕੁਝ ਵਿਖਦਾ ਹੈ, ਪਰ ਉਹ ਗਿਆਨ ਦੀਆਂ ਅੱਖਾਂ ਤੋਂ ਅੰਨਾ ਹੋਣ ਦੇ ਨਾਲ ਇਹ ਪਾਪ ਕਮਾਉਂਦਾ ਹੈ। ਮਾਤ ਪਿਤਾ ਕੀ ਰਖਤ ਨਿਪੰਨੇ, ਮੱਛੀ ਮਾਸ ਨਾ ਖਾਹੀ। ਭਾਵ ਮਾਤਾ ਤੇ ਪਿਤਾ ਦੀ ਰਤ ਤੋਂ ਹੀ ਆਪਾਂ ਸਾਰੇ ਹੋਏ ਹਾਂ, ਅਤੇ ਮੱਛੀ ਆਦਿਕ ਵੀ ਮਾਸ ਤੋਂ ਪਰਹੇਜ਼ ਕਰਦੇ ਹਨ। ਭਾਵ ਮਾਸ ਤੋਂ ਹੀ ਪੈਦਾ ਹੋ ਕੇ ਮਾਸ ਤੋਂ ਹੀ ਪਰਹੇਜ਼ ਕਰਨ ਦਾ ਕੀ ਭਾਵ ਹੈ। ਇਸਤਰੀ ਪੁਰਖ ਜਾਨ ਸਮੇਲਾ, ਉਥੈ ਮੰਦ ਕਮਾਹੀ। ਇਹ ਸਰੀਰ ਸਾਨੂੰ ਆਪਣੇ ਮਾਤਾ ਪਿਤਾ ਦੇ ਮਾਸ ਤੋਂ ਹੀ ਮਿਲਿਆ ਹੈ, ਭਾਵ ਉਹਨਾਂ ਦੇ ਮਿਲਾਪ ਤੋਂ ਮਿਲਿਆ ਹੈ। ਪਰ ਫਿਰ ਵੀ ਇਹ ਸਰੀਰ ਉਸ ਮਾਸ ਤੋਂ ਪਲਿਆ ਹੈ, ਇਸ ਮਾਸ ਦੇ ਅਸੀਂ ਤਿਆਗੀ ਕਿਵੇਂ ਹੋ ਗਏ। ਮਾਸੋ ਨਿਮੈ ਮਾਸੋ ਜੰਮੇ, ਹਮ ਮਾਸਾ ਕੇ ਭਾਂਡੇ। ਅਸੀਂ ਸਾਰੇ ਹੀ ਮਾਸ ਦੇ ਪੁਤਲੇ ਹਾਂ, ਸਾਡਾ ਮੁੱਢ ਮਾਸ ਤੋਂ ਹੀ ਬਣਿਆ ਹੈ, ਭਾਵ ਵੱਜਾ ਹੈ। ਅਸੀਂ ਮਾਸ ਤੋਂ ਹੀ ਪੈਦਾ ਹੋਏ ਹਾਂ। ਗਿਆਨ ਧਿਆਨ ਕਸ ਸੂਝੈ ਨਾਹੀ, ਚਤੁਰ ਕਹਾਵੈ ਪਾਂਡੇ। ਮਾਸ ਦਾ ਤਿਆਗੀ ਪੰਡਤ ਮਾਸ ਦੀ ਚਰਚਾ ਛਿੜ ਕੇ ਐਵੇਂ ਹੀ ਆਪਣੇ ਆਪ ਨੂੰ ਸਿਆਣਾ ਖਵਾਉਂਦਾ ਹੈ। ਇਸ ਕਰਕੇ ਨਾ ਹੀ ਇਸ ਨੂੰ ਕੋਈ ਸਮਝ ਹੈ ਤੇ ਨਾ ਹੀ ਸੁਰਤ ਹੈ। ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ। ਪੰਡਤ ਜੀ ਇਹ ਕਹਿ ਕੇ ਬਾਹਰੋਂ ਮਾਸ ਲਿਆਂਦਾ ਹੋਇਆ ਚੰਗਾ ਕਹਿੰਦੇ ਹਨ, ਤੇ ਘਰ ਦਾ ਮਾਸ ਵਰਤਿਆ ਮਾਸ ਚੰਗਾ ਲੱਗਦਾ ਹੈ। ਜੀ ਜੰਤ ਸਭ ਮਾਸੋ ਹੋਏ, ਜੀਏ ਲਿਆ ਬਸੇਰਾ। ਸਾਰੇ ਹੀ ਜੀਵ ਮਾਸ ਤੋਂ ਪੈਦਾ ਹੋਏ ਹਨ, ਅਤੇ ਜਿੰਦ ਨੇ ਮਾਸ ਵਿੱਚ ਹੀ ਡੇਰਾ ਲਾਇਆ ਹੋਇਆ ਹੈ। ਭਖ ਭਖੈ ਭਖ ਤਜ ਛੋੜ ਹੈ, ਅੰਧ ਗੁਰੂ ਜਨ ਕੇਰਾ। ਸੋ ਜਿਨ੍ਹਾਂ ਨੂੰ ਰਾਹ ਦੱਸਣ ਵਾਲਾ ਆਪ ਹੀ ਅੰਨਾ ਹੈ, ਉਹ ਨਾ ਖਾਣ ਯੋਗ ਚੀਜ਼ ਭਾਵ ਪਰਾਇਆ ਹੱਕ, ਕਿਸੇ ਦੇ ਨਾਲ ਧੋਖਾਧੜੀ ਕਰਨੀ ਆਪ ਖਾਂਦੇ ਹਨ, ਅਤੇ ਖਾਣ ਯੋਗ ਚੀਜ਼ ਭਾਵ ਜਿਸ ਤੋਂ ਜ਼ਿੰਦਗੀ ਦਾ ਮੁੱਢ ਵੱਜਾ ਹੈ ਉਸ ਨੂੰ ਤਿਆਗ ਦਿੰਦੇ ਹਨ। ਮਾਸੋ ਨਿਮੈ ਮਾਸੋ ਜੰਮੇ, ਹਮ ਮਾਸਕ ਭਾਂਡੇ। ਅਸੀਂ ਸਾਰੇ ਹੀ ਮਾਸ ਤੋਂ ਬਣੇ ਹਾਂ, ਭਾਵ ਮਾਸ ਦੇ ਪੁਤਲੇ ਹਾਂ। ਸਾਡਾ ਮੁੱਢ ਮਾਸ ਤੋਂ ਵੱਜਾ ਹੈ, ਅਸੀਂ ਸਾਰੇ ਹੀ ਮਾਸ ਤੋਂ ਪੈਦਾ ਹੋਏ ਹਾਂ। ਗਿਆਨ ਧਿਆਨ ਕਸ ਸੂਝੈ ਨਾਹੀ, ਚਤੁਰ ਕਹਾਵੈ ਪਾਂਡੇ। ਇਸ ਕਰਕੇ ਗਿਆਨ ਧਿਆਨ ਚਤੁਰ ਪੰਡਤ ਜੀ ਤੁਸੀਂ ਆਪਣੇ ਆਪ ਨੂੰ ਪੰਡਤ ਖਵਾਉਂਦੇ ਹੋ, ਪਰ ਤੁਹਾਨੂੰ ਕੁਝ ਵੀ ਸਮਝ ਸੋਝੀ ਨਹੀਂ ਹੈ। ਮਾਸ ਪੁਰਾਣੀ ਮਾਸ ਕੰਤੇਬੀ, ਚੌ ਜੁਗ ਮਾਸ ਕਮਾਣਾ। ਭਾਵ ਪੁਰਾਣਾਂ ਦੇ ਵਿੱਚ ਮਾਸ ਦਾ ਜ਼ਿਕਰ ਹੈ, ਮੁਸਲਮਾਨੀ ਮਜ਼ਹਬੀ ਜੋ ਉਹਨਾਂ ਦੇ ਗ੍ਰੰਥ ਉਹਨਾਂ ਦੇ ਵਿੱਚ ਮਾਸ ਖਾਣ ਦਾ ਜ਼ਿਕਰ ਹੈ। ਜਗਤ ਦੇ ਸ਼ੁਰੂ ਤੋਂ ਹੀ ਮਾਸ ਨੂੰ ਵਰਤੀਦਾ ਚਲਾ ਆ ਰਿਹਾ ਹੈ। ਜਜ ਕਾਜ ਬਿਆਹੇ ਸੁਹਾਵੈ, ਉਥੈ ਮਾਸ ਸਮਾਨਾ। ਜਿਸ ਵੇਲੇ ਦੇਵਤਿਆਂ ਨੂੰ ਖੁਸ਼ ਕਰਨ ਦੇ ਵਾਸਤੇ ਜਗ ਕੀਤੇ ਜਾਂਦੇ ਹਨ, ਵਿਆਹ ਸ਼ਾਦੀ ਖੁਸ਼ੀ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ, ਤਾਂ ਉਹਨਾਂ ਕਾਰਜਾਂ ਦੇ ਵਿੱਚ ਮਾਸ ਦੀ ਵਰਤੋਂ ਪ੍ਰਧਾਨ ਹੈ। ਉਹਨਾਂ ਸਭ ਥਾਵਾਂ ਤੇ ਮਾਸ ਵਰਤਿਆ ਜਾਂਦਾ ਹੈ। ਇਸਤਰੀ ਪੁਰਖ ਨਿਪਜਹਿ ਮਾਸੋ, ਪਾਤਸ਼ਾਹ ਸੁਲਤਾਨਾ। ਭਾਵ ਜਨਨੀ ਮਰਦ ਸ਼ਾਹ ਪਾਤਸ਼ਾਹ ਸਾਰੇ ਹੀ ਰਾਜੇ ਮਹਾਰਾਜੇ
ਇਸ ਮਾਸ ਤੋਂ ਹੀ ਪੈਦਾ ਹੁੰਦੇ ਹਨ। ਜੇ ਹੋਏ ਦਿਸ ਨਰਕ ਜਾਂਦੇ ਤਾਂ ਉਨਕਾ ਦਾਨ ਨਾ ਲੈਣਾ। ਜੇਕਰ ਇਹ ਸਾਰੇ ਹੀ ਮਾਸ ਤੋਂ ਬੰਨ ਕਰਕੇ ਨਰਕਾਂ ਵਿੱਚ ਪੈਂਦੇ ਹਨ ਤਾਂ ਉਹਨਾਂ ਮਾਸ ਤਿਆਗੀ ਪੰਡਤ ਨੂੰ ਦਾਨ ਵੀ ਨਹੀਂ ਲੈਣਾ ਚਾਹੀਦਾ। ਭਾਵ ਜੋ ਪੰਡਤ ਇਸ ਮਾਸ ਦਾ ਤਿਆਗ ਕਰਦਾ ਹੈ, ਤਾਂ ਸਤਿਗੁਰੂ ਜੀ ਕਹਿ ਰਹੇ ਹਨ ਕਿ ਸਾਰੇ ਹੀ ਰਾਜੇ ਮਹਾਰਾਜੇ ਮਨੁੱਖ ਇਸਤਰੀਆਂ ਸਾਰੇ ਹੀ ਮਾਸ ਤੋਂ ਪੈਦਾ ਹੁੰਦੇ ਹਨ। ਜੇ ਤੁਹਾਨੂੰ ਲੱਗਦਾ ਹੈ ਕਿ ਇਹ ਸਾਰੇ ਨਰਕਾਂ ਦੇ ਵਿੱਚ ਜਾ ਰਹੇ ਹਨ ਤਾਂ ਤੂੰ ਇਹਨਾਂ ਦੇ ਪਾਸੋਂ ਜੋ ਦਾਨ ਲੈਣਾ ਹੈ ਉਹ ਵੀ ਲੈਣਾ ਬੰਦ ਕਰ ਦੇ। ਦੇਂਦਾ ਨਰਕ ਸੁਰਗ ਲੈਂਦੇ ਦੇਖੋ ਇਹੋ ਧਿਆਨਾ। ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਇਹਨਾਂ ਪਾਸੋਂ ਤੂੰ ਦਾਨ ਲੈ, ਜਿਨ੍ਹਾਂ ਪਾਸੋਂ ਤੂੰ ਦਾਨ ਲੈਂਦਾ ਹੈ ਉਹ ਨਰਕਾਂ ਦੇ ਵਿੱਚ ਪੈਂਦੇ ਹਨ, ਅਤੇ ਤੂੰ ਉਹਨਾਂ ਤੋਂ ਦਾਨ ਲੈ ਕੇ ਸੁਰਗਾਂ ਦੇ ਵਿੱਚ ਕਿਵੇਂ ਜਾ ਸਕਦਾ ਹੈ। ਆਪਣਾ ਬੂਝੈ ਲੋਕ ਬੁਝਾਏ ਪਾਂਡੇ ਖਰਾ ਸਿਆਣਾ। ਇਹ ਪੰਡਤ ਪਾਂਡੇ, ਅਸਲ ਦੇ ਵਿੱਚ ਤੂੰ ਬਹੁਤ ਹੀ ਡਾਢਾ ਚਤੁਰ ਸਿਆਣਾ ਬਣਦਾ ਹੈ, ਪਰ ਤੈਨੂੰ ਆਪ ਨੂੰ ਸਮਝ ਨਹੀਂ ਹੈ। ਪਰ ਲੋਕਾਂ ਨੂੰ ਤੂੰ ਸਮਝਾਉਣਾ ਕਰਦਾ ਹੈ ਕਿ ਮਾਸ ਨਹੀਂ ਖਾਣਾ ਚਾਹੀਦਾ। ਪਾਂਡੇ ਤੂੰ ਜਾਣਾ ਹੀ ਨਹੀਂ ਕਿਥੋਂ ਮਾਸ ਉਪੰਨਾ। ਇਹ ਪਾਂਡੇ ਪੰਡਤ, ਤੈਨੂੰ ਇਹ ਪਤਾ ਹੀ ਨਹੀਂ ਹੈ ਕਿ ਮਾਸ ਕਿਸ ਤੋਂ ਪੈਦਾ ਹੋਇਆ ਹੈ, ਇੱਥੇ ਕਿੱਥੋਂ ਪੈਦਾ ਹੋਇਆ ਤੈਨੂੰ ਕੁਝ ਵੀ ਪਤਾ ਨਹੀਂ ਹੈ। ਤੋਇ ਹੋ ਅੰਨ ਕਮਾਦਕ ਪਾਹ ਤੋਇ ਹੋ ਤ੍ਰੇ ਭਾਵਨ ਗੰਨਾ। ਇਹ ਪੰਡਤ ਪਾਂਡੇ, ਵੇਖਣਾ ਕਰ ਲੈ ਕਿ ਪਾਣੀ ਤੋਂ ਹੀ ਅੰਨ ਪੈਦਾ ਹੁੰਦਾ ਹੈ। ਕਪਾਦ ਗੰਨਾ ਆਦਿ ਜੋ ਵੀ ਫਸਲਾਂ ਹਨ ਸਭ ਪਾਣੀ ਤੋਂ ਪੈਦਾ ਹੁੰਦੀਆਂ ਹਨ, ਤੇ ਜੋ ਇਹ ਸੰਸਾਰ ਹੈ ਇਹ ਵੀ ਪਾਣੀ ਤੋਂ ਉਤਪੰਨ ਹੋਇਆ ਹੈ। ਤੋਆ ਆਖੈ ਹਉ ਬਹੁ ਵਿਦ ਹਛਾ ਤੋਆ ਬਹੁਤ ਵਿਕਾਰਾ। ਪਰ ਪਾਣੀ ਆਖਦਾ ਹੈ ਕਿ ਮੈਂ ਕਈ ਤਰੀਕਿਆਂ ਦੇ ਨਾਲ ਭਲਾਈ ਕਰਦਾ ਹਾਂ, ਭਾਵ ਜੀਵਨ ਦੇ ਪਾਲਣ ਦੀ ਕਈ ਤਰੀਕਿਆਂ ਦੀ ਖੁਰਾਕ ਪੁਸ਼ਾਕ ਪੈਦਾ ਕਰਦਾ ਹਾਂ। ਇਹ ਸਾਰੀਆਂ ਤਬਦੀਲੀਆਂ ਬੇਅੰਤ ਕਿਸਮਾਂ ਦੇ ਪਦਾਰਥ ਪਾਣੀ ਵਿੱਚ ਹੀ ਪੈਦਾ ਹੁੰਦੇ ਹਨ। ਏਤੇ ਰਸ ਛੋੜ ਹੋਵੇ ਸੰਨਿਆਸੀ ਨਾਨਕ ਕਹਿ ਵਿਚਾਰਾ। ਪਾਣੀ ਦੇ ਬਹੁਤ ਸਾਰੇ ਸਰੂਪ ਹਨ। ਨਾਨਕ ਵਿਚਾਰ ਕੇ ਕਹਿੰਦਾ ਹੈ ਕਿ ਸਾਰੇ ਸਵਾਦ ਛੱਡ ਕੇ ਜੀਵ ਸੰਨਿਆਸੀ ਹੋ ਜਾਂਦਾ ਹੈ। ਚੌਪਈ ਮਾਸ ਮਾਸ ਕਰਕੇ ਅਗਿਆਨੀ ਮੂਰਖ ਝਗੜਿਆਨ ਗੁਮਾਨੀ। ਇਸ ਤਰ੍ਹਾਂ ਸਤਿਗੁਰਾਂ ਨੇ ਸ਼ਬਦ ਦੇ ਰਾਹੀਂ ਉਸ ਸਨਾਨੂ ਪੰਡਤ ਨੂੰ ਸਮਝਾਉਣਾ ਕਰ ਦਿੱਤਾ ਮਾਸ ਦੇ ਪ੍ਰਤੀ, ਜੋ ਸਤਿਗੁਰਾਂ ਦੇ ਨਾਲ ਜੋ ਰਿੰਨਣ ਵਾਸਤੇ ਮਾਸਟਰ ਹੈ ਉਸ ਦੇ ਵਾਸਤੇ ਚਰਚਾ ਕਰਨ ਵਾਸਤੇ ਆਇਆ ਸੀ। ਤਾਂ ਹੁਣ ਇਸੇ ਸ਼ਬਦ ਦਾ ਦੂਸਰੇ ਪਾਸੇ ਕਵੀਜਨ ਭਾਈ ਸੰਤੋਖ ਸਿੰਘ ਜੀ ਆਪਣੀ ਚੌਪਈ ਦੇ ਵਿੱਚ ਇਸੇ ਸ਼ਬਦ ਦਾ ਉਤਾਰਾ ਕਰਦੇ ਹਨ। ਗਿਆਨ ਬੈਨ ਕੋ ਸਮਝੈ ਨਾਹੀ ਰਚੇ ਦੰਬਦ ਜਮਾਨ ਬਦਾਹੀ। ਕਵੀਜਨ ਕਹਿੰਦੇ ਹਨ ਕਿ ਮੂਰਖ ਅਗਿਆਨੀ ਬੜੇ ਹੀ ਕਮੰਡ ਦੇ ਵਿੱਚ ਆ ਕੇ ਮਾਸ ਕਰਕੇ ਝਗੜਾ ਕਰਦੇ ਹਨ, ਪਰ ਉਹ ਗਿਆਨ ਦੇ ਵਚਨ ਗਿਆਨ ਦੇ ਨਾਲ ਇਸ ਨੂੰ ਨਹੀਂ ਸਮਝਦੇ ਅਤੇ ਆਪਣਾ ਪਖੰਡ ਰਚਨਾ ਕਰਕੇ ਆਪਣਾ ਹੰਕਾਰ ਮਾਨ ਵਧਾਉਂਦੇ ਹਨ। ਆਤਮ ਰੂਪ ਭੁਲਾਵਨ ਜੋਈ ਲਖਾ ਸਤ ਤਨ ਆਮਿਖ ਸੋਈ। ਜੋ ਵੀ ਇਸ ਆਤਮਾ ਰੂਪ ਤੋਂ ਭੁੱਲੇ ਹੋਏ ਹਨ ਸੋਈ ਮਾਸ ਨੂੰ ਸੱਚਾ ਸਰੀਰ ਸਮਝਣਾ ਕਰਦੇ ਹਨ। ਆਤਮ ਤੀਨੋ ਕਾਲ ਨਿਰਾਲਾ ਲਿਪੈ ਨ ਕਹਤੇ ਰਹਿਤ ਉਜਾਲਾ। ਪਰ ਜੋ ਮਾਤਮਾ ਰੂਪੀ ਇਸ ਮਾਸ ਨੂੰ ਸੱਚਾ ਸਮਝਦੇ ਹਨ, ਇਸ ਨੂੰ ਭੁੱਲੇ ਹੋਏ ਹਨ, ਪਰ ਇਹੀ ਨਹੀਂ ਜਾਣਦੇ ਕਿ ਆਤਮਾ ਤਿੰਨ ਕਾਲਾਂ ਦੇ ਵਿੱਚ ਹੀ ਵੱਖ ਹੈ। ਉਹ ਕਿਸੇ ਤਰ੍ਹਾਂ ਵੀ ਮੈਲੀ ਨਹੀਂ ਹੁੰਦੀ, ਉਹ ਸਦਾ ਵਾਸਤੇ ਪਵਿੱਤਰ ਉਜਲ ਰਹਿੰਦੀ ਹੈ। ਦੇਹ ਸਤ ਦਿਸੈ ਵਿਦ ਤਾਰੀ ਆਏ ਜੇ ਪ੍ਰਾਰਬਧ ਅਨੁਸਾਰੀ। ਇਸ ਸੰਸਾਰ ਦੇ ਵਿੱਚ ਦੇਹ ਆਤਮਾ ਸਦਾ ਵਾਸਤੇ ਖਤਮ ਹੋ ਜਾਂਦੀ ਹੈ, ਇਹ ਗੱਲ ਪ੍ਰਗਟ ਹੈ, ਪਰ ਜਿਹੜੀ ਕਿ ਪ੍ਰਲਾਭਤ ਅਨੁਸਾਰ ਇਸ ਸੰਸਾਰ ਦੇ ਵਿੱਚ ਆਉਂਦੀ ਹੈ। ਲਖ ਕੈ ਸ਼ਾਸਤਰ ਵਿਦ ਸੰਜੋਗਤਾ ਹੈ ਨਿਰਸੰਕ ਬਨੈ ਸੋ ਭੁਗਤਾ। ਅਤੇ ਚੰਗੀ ਵਿਧੀ ਦੇ ਅਨੁਸਾਰ ਸ਼ਾਸਤਰਾਂ ਨੂੰ ਵੇਖ ਕੇ ਉਸ ਦਾ ਭੋਗਨਹਾਰ
ਸੰਕਾ ਰਹਿਤ ਬਣਦਾ ਹੈ। ਸੋ ਸਾਕ ਲਖੋਰ ਮਾਹੀ ਪ੍ਰਾਰਬਧ ਭੋਗ ਹੈ ਚਿਤ ਚਾਹੀ। ਉਸ ਨੂੰ ਹੀ ਹਿਰਦੇ ਦੇ ਵਿੱਚ ਸਾਗ ਪਾਤ ਸਮਝਣਾ ਕਰੋ। ਭਾਵ ਪ੍ਰਲਬਧ ਇੱਛਾ ਅਨੁਸਾਰ ਹੀ ਇਹ ਆਤਮਾ ਸੁਖ ਭੋਗਦੀ ਹੈ। ਅਮਰ ਜੇ ਗਿਆਨੀ ਤਿਨ ਕੇ ਕਾਰਨ ਗੰਡ ਅਸ ਆਦਿਕ ਪਸ ਮਾਰਨਾ। ਜਿਹੜੇ ਦੇਵਤੇ ਵੱਡੇ ਗਿਆਨੀ ਹਨ ਉਹਨਾਂ ਦੇ ਕਾਰਨ ਹੀ ਇਸ ਜੱਗਾਂ ਦੇ ਵਿੱਚ ਗੈਂਡੇ ਘੋੜੇ ਆਦਿ ਪਸ਼ੂਆਂ ਦੇ ਬਲੀ ਦਿੱਤੀ ਜਾਂਦੀ ਹੈ। ਭਾਵ ਪਸ਼ੂਆਂ ਨੂੰ ਮਾਰਿਆ ਜਾਂਦਾ ਹੈ। ਸੋ ਆਤਮਾ ਕੋ ਲਖਾਇ ਕਰਤੂ ਸਦਾ ਉਪੋਗਤਾ ਚਿਤ ਇਉ ਧਰਤੂ। ਉਹ ਆਤਮਾ ਨੂੰ ਸਦਾ ਵਾਸਤੇ ਨਾ ਕਰਨ ਵਾਲਾ ਭਾਵ ਅਭੈ ਸਮਝਣਾ ਕਰਦੇ ਹਨ ਅਤੇ ਚਿੱਤ ਵਿੱਚ ਸਦਾ ਹੀ ਨਾ ਭੋਗਣ ਵਾਲਾ ਧਾਰਨ ਕਰਦੇ ਹਨ। ਭੋਗਣ ਧਰਮ ਪ੍ਰਾਨ ਕੋ ਜਾਨਹੁ ਕਰਨੋ ਧਰਮ ਰਖੀਕ ਪਛਾਨਹੁ। ਅਤੇ ਪ੍ਰਾਨਾਂ ਨੂੰ ਭੋਗਣਾ ਧਰਮ ਸਮਝਦੇ ਹਨ ਅਤੇ ਕਰਨਾ ਧਰਮ ਕਰਮ ਇੰਦਰੀਆਂ ਨੂੰ ਸਮਝਣਾ ਕਰਦੇ ਹਨ। ਲਖਨੋ ਧਰਮ ਜੋ ਮਨ ਕੋ ਹੋਈ ਇਸ ਪ੍ਰਕਾਰ ਸਮਝਤ ਹੈ ਸੋਈ। ਅਤੇ ਵੇਖਣ ਨੂੰ ਧਰਮ ਦਾ ਮਨ ਸਮਝਿਆ ਹੋਇਆ ਹੈ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਸਮਝਦੇ ਹਨ ਕਿ ਵੇਖਣ ਦਾ ਧਰਮ ਮਨ ਦਾ ਹੋਇਆ। ਇਸ ਤਰ੍ਹਾਂ ਸਮਝਦੇ ਹਨ ਕਿ ਪ੍ਰਲਬਧ ਵੇਖ ਕੇ ਜੋ ਵੀ ਭੋਗ ਭੋਗੇ ਜਾਂਦੇ ਹਨ ਉਸ ਨੂੰ ਇਸੇ ਤਰ੍ਹਾਂ ਹੀ ਭੋਗ ਸਮਝਦੇ ਹਨ। ਪ੍ਰਾਰਬਧ ਲਖ ਭੋਗ ਹੈ ਜੋ ਪੁੰਨ ਪਾਪ ਮੈਂ ਲਿਪੈ ਨ ਸੋਊ। ਅਤੇ ਪ੍ਰਲਬਧ ਨੂੰ ਵੇਖ ਕੇ ਭੋਗਦੇ ਹਨ। ਪੁੰਨ ਵੇਖ ਕੇ ਜੋ ਭੋਗਦੇ ਹਨ ਪੁੰਨ ਪਾਪ ਵਿੱਚ ਉਹ ਮੈਲਾ ਨਹੀਂ ਹੁੰਦਾ ਹੈ। ਅਰਜੇ ਹੈ ਮੂਰਖ ਅਗਿਆਨੀ ਦੰਭ ਬੈਸਨੋ ਜਿਉ ਵਿਦ ਠਾਨੀ। ਅਤੇ ਜਿਹੜੇ ਮੂਰਖ ਅਗਿਆਨੀ ਹਨ ਦੰਭੀ ਲੋਕ ਹਨ ਭਾਵ ਪਖੰਡ ਤਾਰਿਆ ਹੋਇਆ ਹੈ ਜਿਨ੍ਹਾਂ ਨੇ ਉਹ ਦੰਭੀ ਵੈਸ਼ਨੋ ਵਾਂਗ ਉਹਨਾਂ ਦੰਭ ਦੀ ਵਿਧੀ ਧਾਰਨ ਕੀਤੀ ਹੈ। ਮਾਸ ਪਿੰਖੈ ਦਿਨ ਨਾਕਦ ਭਾਵ ਹੈ ਨਿਸਪਰਤ ਸੋ ਕੇਲ ਕਮਾਵ ਹੈ। ਅਤੇ ਉਹ ਗਿਆਨੀ ਲੋਕ ਆਪਣੇ ਆਪ ਨੂੰ ਜੋ ਖਵਾਉਂਦੇ ਹਨ ਉਹ ਦਿਨ ਦੇ ਵਿੱਚ ਮਾਸ ਨੂੰ ਵੇਖਣਾ ਕਰਕੇ ਆਪਣਾ ਨੱਕ ਕੁੱਟਦੇ ਹਨ ਭਾਵ ਦੁਰਗੰਧੀ ਤੋਂ ਨਫ਼ਰਤ ਮੰਨਦੇ ਹਨ। ਪਰ ਰਾਤ ਨੂੰ ਬੈਠਣਾ ਕਰਕੇ ਲੋਕਾਂ ਨੂੰ ਲੁੱਟਣ ਦੀਆਂ ਉਹਨਾਂ ਦੇ ਨਾਲ ਧੋਖਾਧੜੀ ਕਰਨ ਦੀਆਂ ਇਸ ਤਰ੍ਹਾਂ ਲੋਕਾਂ ਦੇ ਨਾਲ ਚਲਾਕੀਆਂ ਕਰਨ ਦੀਆਂ ਗੱਲਾਂ ਬਾਰੇ ਸੋਚਦੇ ਹਨ। ਲੋਚਨ ਸੁਮਾਤਰ ਦਾ ਜਿਸ ਨਾਹੀ ਵਿਸਾ ਬਾਸਨਾ ਅੰਧ ਕਮਾਹੀ। ਅਤੇ ਅੱਖਾਂ ਦੇ ਸ੍ਰੇਸ਼ਟ ਮਤ ਜਿਸ ਨੇ ਹਿਰਦੇ ਦੇ ਵਿੱਚ ਨਹੀਂ ਹੈ ਉਹ ਵਿਸੇ ਵਾਸਨਾਵਾਂ ਦੇ ਵਿੱਚ ਅੰਧ ਕਮਾਉਂਦੇ ਹਨ। ਜਨ ਨਰ ਅਗਿਆਨੀ ਦੁਖ ਧਾਰਾ ਪਾਪ ਸਤ ਜੇ ਕਰਹਿ ਆਹਾਰਾ। ਅਤੇ ਬਾਹਰ ਦੇ ਮਾਸ ਨੂੰ ਮਾੜਾ ਸਮਝਦੇ ਹਨ ਅਤੇ ਛੁਪ ਕੇ ਦੁੱਖ ਕਲੇਸ਼ ਭੋਗਦੇ ਹਨ। ਜਿਸ ਅਗਿਆਨੀ ਪੁਰਸ਼ ਨੇ ਦੁੱਖ ਰੂਪੀ ਅਗਿਆਨ ਧਾਰਿਆ ਹੈ ਪਾਪ ਸਹਿਤ ਜਿਹੜੇ ਭੋਜਨ ਕਰਦੇ ਹਨ। ਜੇ ਗਿਆਨੀ ਤਨ ਹੰਤ ਨਸਾਇਕ ਆਏ ਹਾਰ ਜੋ ਸਹਜ ਸੁਭਾਇਕ। ਅਤੇ ਜਿਸ ਗਿਆਨੀ ਨੇ ਤਨ ਦੀ ਅਹੰਤਾ ਦੂਰ ਕੀਤੀ ਹੈ ਉਸਦੇ ਭੋਜਨ ਸਹਿਜ ਸੁਭਾਅ ਆਉਂਦਾ ਹੈ। ਪ੍ਰਾਰਬਧ ਲਖ ਪਾਵਤ ਸੋਊ ਤਾਂ ਕੋ ਪਾਪ ਨ ਪੁੰਨ ਹੈ ਕੋਊ। ਪ੍ਰਲਬਧ ਸਮਝ ਕੇ ਸੋਈ ਸੁਖ ਪਾਉਂਦੇ ਹਨ ਜਿਨ੍ਹਾਂ ਨੂੰ ਕੋਈ ਵੀ ਪੁੰਨ ਪਾਪ ਨਹੀਂ ਹੈ ਅਤੇ ਨਾ ਹੀ ਕੋਈ ਪੁੰਨ ਪਾਪ ਨੂੰ ਸਮਝਦੇ ਹਨ। ਲਿਖਿਓ ਪ੍ਰਾਨ ਕਤੇਬਨ ਮਾਸਾ ਮਾਸ ਸੰਗ ਪੂਜਾ ਸੁਰ ਰਾਸਾ। ਅਤੇ ਪੁਰਾਣਾ ਅਤੇ ਕਿਤਾਬਾਂ ਦੇ ਵਿੱਚ ਮਾਸ ਖਾਣ ਦੇ ਬਾਰੇ ਲਿਖਿਆ ਹੈ। ਮਾਸ ਨਾਲ ਸਾਰੇ ਦੇਵਤਿਆਂ ਨੂੰ ਪੂਜਿਆ ਜਾਂਦਾ ਹੈ। ਕਾਜ ਵਿਵਾਹਦਿਕ ਜੇ ਸਭ ਹੀ ਬਿਨਾ ਮਾਸ ਤੇ ਸੁਭੈਣ ਕਵਹੀ। ਅਤੇ ਜੋ ਵੀ ਖੁਸ਼ੀ ਦੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ ਹਨ ਭਾਵ ਜੱਗ ਕੀਤੇ ਜਾਂਦੇ ਹਨ ਇਹਨਾਂ ਸਾਰੇ ਕਾਰਜਾਂ ਦੇ ਵਿੱਚ ਮਾਸ ਪ੍ਰਧਾਨ ਹੈ ਅਤੇ ਬਿਨਾਂ ਮਾਸ ਤੋਂ ਉਹ ਕਦੇ ਵੀ ਸ਼ੋਭਦੇ ਨਹੀਂ ਹਨ। ਪਾਤਸ਼ਾ ਨਿਰਪਉ ਮਿਖ ਖਾਵਤ ਜੇ ਤੁਮ ਲਖੋ ਨਰਕ ਸੋ ਜਾਵਤ। ਬਾਦਸ਼ਾਹ ਰਾਜੇ ਮਹਾਰਾਜੇ
ਸਾਰੇ ਹੀ ਮਾਸ ਖਾਣਾ ਕਰਦੇ ਹਨ, ਅਤੇ ਜਿਨ੍ਹਾਂ ਬਾਰੇ ਤੁਸੀਂ ਸਮਝਣਾ ਕਰਦੇ ਹੋ ਕਿ ਇਹ ਮਾਸ ਖਾਂਦੇ ਹਨ ਤੇ ਨਰਕਾਂ ਨੂੰ ਜਾਵਣਗੇ। ਤੋ ਤੁਮ ਕਿਉ ਲੈ ਤਿਨ ਕੋ ਤਾਨਾ, ਕਰੋ ਆਹਾਰ ਧਾਰ ਅਗਿਆਨਾ। ਅਤੇ ਨਾਲੇ ਤੁਸੀਂ ਕਹਿੰਦੇ ਹੋ ਕਿ ਮਾਸ ਖਾਣ ਵਾਲੇ ਨਰਕਾਂ ਦੇ ਵਿੱਚ ਜਾਂਦੇ ਹਨ, ਫਿਰ ਤੁਸੀਂ ਉਹਨਾਂ ਦੇ ਪਾਸੋਂ ਧਨ ਕਿਉਂ ਲੈਂਦੇ ਹੋ ਅਤੇ ਨਾਲ ਹੀ ਅਗਿਆਨਤਾ ਧਾਰਨ ਕਰਕੇ ਭੋਜਨ ਛਕਦੇ ਹੋ। ਪੂਰਬ ਗਹਿ ਤੁਮ ਨਰਕ ਪਾਵੈ, ਪੁੰਨ ਪਾਛੇ ਤੇ ਸੋਏ ਸਿਧਾਵੈ। ਜਿਨ੍ਹਾਂ ਪਾਸੋਂ ਤੁਸੀਂ ਦਾਨ ਲੈਂਦੇ ਹੋ, ਉਹ ਦਾਨ ਲੈਣ ਕਰਕੇ ਪਹਿਲਾਂ ਤੁਸੀਂ ਨਰਕਾਂ ਦੇ ਵਿੱਚ ਪੈਂਦੇ ਹੋ ਅਤੇ ਪਿੱਛੋਂ ਆਪ ਚਲੇ ਜਾਂਦੇ ਹਨ। ਆਪ ਨ ਬੂਝੋ ਲੋਕ ਬੁਝਾਵੋ, ਪਾਂਡੇ ਖਰੇ ਸਿਆਨ ਕਹਾਵੋ। ਹੇ ਪਾਂਡੇ, ਤੁਸੀਂ ਆਪ ਜਾਣਦੇ ਨਹੀਂ, ਭਾਵ ਆਪ ਤੁਸੀਂ ਗਿਆਨ ਤੋਂ ਸੱਖਣੇ ਹੋ, ਲੋਕਾਂ ਨੂੰ ਇਸ ਦੇ ਬਾਰੇ ਸਮਝਾਉਂਦੇ ਹੋ ਤੇ ਆਪਣੇ ਆਪ ਨੂੰ ਬੜੇ ਸਿਆਣੇ ਅਖਵਾਉਂਦੇ ਹੋ। ਮਾਸਾ ਦਿਖਤੇ ਤ੍ਰਿਭਵਨ ਜੋ, ਸਭੀ ਜਲ ਤੇ ਉਤਪਤ ਹੋ। ਮਾਸ ਅਤੇ ਸਾਗ ਪਾਤ ਸਾਰੇ ਹੀ ਜਲ ਤੋਂ ਪੈਦਾ ਹੁੰਦੇ ਹਨ, ਭਾਵ ਸਾਰੇ ਇੱਕੋ ਹੀ ਚੀਜ਼ ਹੈ। ਜੋ ਤਿਆਗੇ ਜਲ ਕੇ ਰਸ ਰਾਸੀ, ਸੋ ਪੰਡਤ ਹੈ ਸੰਨਿਆਸੀ। ਇਹ ਪੰਡਤ ਜਿਹੜੇ ਜਲ ਦੇ ਸਾਰੇ ਰਸ ਛੱਡ ਦਿੰਦੇ ਹਨ, ਭਾਵ ਇਸ ਭੋਜਨ ਨੂੰ, ਇਸ ਮਾਸ ਨੂੰ ਛੱਡ ਦਿੰਦੇ ਹਨ, ਇਹ ਸਾਰਾ ਕੁਝ ਹੀ ਪਾਣੀ ਤੋਂ ਜਲ ਤੋਂ ਪੈਦਾ ਹੋਇਆ ਹੈ, ਇਸ ਨੂੰ ਛੱਡਣ ਦੇ ਨਾਲ ਹੀ ਪੰਡਤ ਸੰਨਿਆਸੀ ਹੋ ਜਾਂਦਾ ਹੈ। ਦੰਭ ਧਾਰ ਤੁਮ ਜਗ ਬਿਰ ਮਾਇਆ, ਆਗੈ ਪਾਵੋ ਬਹੁਤ ਸਜਾਇਆ। ਹੇ ਪੰਡਤ, ਤੁਸੀਂ ਨੇ ਆਪਣਾ ਹੀ ਇਸ ਜਗਤ ਦੇ ਵਿੱਚ ਦੰਭ ਧਾਰਨ ਕੀਤਾ ਹੈ, ਪਖੰਡ ਧਾਰਿਆ ਹੋਇਆ ਹੈ। ਇਸ ਪਖੰਡ ਦੇ ਨਾਲ ਤੁਸੀਂ ਨੇ ਸਾਰੇ ਜੱਗ ਨੂੰ ਭਰਮਾਇਆ ਹੈ, ਅੱਗੇ ਜਾਣਾ ਕਰਕੇ ਤੁਸੀਂ ਬਹੁਤ ਹੀ ਸਜ਼ਾ ਪਾਓਗੇ। ਇਉਂ ਜਬ ਭਾਖਿਓ ਸ੍ਰੀ ਗੁਰ ਐਨਾ, ਤੋਸਣ ਤੇ ਸਭ ਆਏ ਨਾ ਬੈਨਾ। ਇਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੇ ਉਸ ਨਾਨੂ ਪੰਡਤ ਤੇ ਹੋਰ ਸੰਨਿਆਸੀ ਜੋ ਵੀ ਲਵੇ ਬੈਠੇ ਸੁਣਦੇ ਸਨ, ਸਾਰਿਆਂ ਨੂੰ ਇਸ ਸ਼ਬਦ ਦੇ ਰਾਹੀਂ ਸਮਝਾਉਣਾ ਕਰ ਦਿੱਤਾ ਮਾਸ ਦੇ ਪ੍ਰਤੀ। ਤਾਂ ਉਸ ਵੇਲੇ ਇਸ ਤਰ੍ਹਾਂ ਸਤਿਗੁਰਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਵਚਨ ਸੁਣ ਕੇ ਨਾਨੂ ਪੰਡਤ ਤੇ ਹੋਰ ਸਾਰੇ ਸੰਨਿਆਸੀਆਂ ਨੇ ਚੁੱਪ ਤਾਰਨ ਕਰ ਲਈ ਹੈ। ਝੂਠ ਕੇ ਠਹਿਰ ਹੈ ਸਾਚ ਅਗਾਰੀ, ਜਿਉ ਕਾਇਰ ਬਿਖ ਸੂਰ ਉਦਾਈ। ਅਤੇ ਹੁਣ ਸਾਰੇ ਹੀ ਸੱਚ ਦੇ ਅੱਗੇ ਝੂਠੇ ਹੋਣਾ ਕਰ ਗਏ ਸਨ। ਜਿਵੇਂ ਕਾਇਰ ਨੂੰ ਵੇਖ ਕੇ ਸੂਰਮਾ ਦਇਆ ਦੇ ਵਿੱਚ ਆ ਜਾਂਦਾ ਹੈ, ਭਾਵ ਕਿਰਪਾਲੂ ਹੋ ਜਾਂਦਾ ਹੈ। ਨਾਨੂ ਦੇਵ ਕਰ ਬੰਦ ਉਚਾਰਾ, ਹੇ ਫਕੀਰ ਕਿਆ ਨਾਮ ਤੁਮਾਰਾ। ਤਾਂ ਉਸੇ ਵੇਲੇ ਨਾਨੂ ਪੰਡਤ ਨੇ ਸਤਿਗੁਰਾਂ ਦੇ ਬਚਨ ਸੁਣ ਕੇ ਚੁੱਪ ਧਾਰਨ ਕਰ ਲਈ ਤੇ ਕੁਝ ਸਮੇਂ ਬਾਅਦ ਆਪਣੇ ਦੋਨੋਂ ਹੱਥ ਜੋੜ ਕੇ ਸਤਿਗੁਰਾਂ ਨੇ ਆਪਣੇ ਵੱਲੋਂ ਪੁੱਛਦਾ ਹੈ ਕਿ ਹੇ ਫਕੀਰ ਜੀ, ਤੁਹਾਡਾ ਕੀ ਨਾਮ ਹੈ? ਕਹੈ ਗੁਰੂ ਹਮ ਨਾਨਕ ਨਾਮੋ, ਸੇਵਕ ਨਿਰੰਕਾਰ ਸੁਖ ਧਾਮੋ। ਤਾਂ ਉਸ ਵੇਲੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਆਪਣੇ ਵੱਲੋਂ ਨਾਨੂ ਪੰਡਤ ਨੂੰ ਦੱਸਣਾ ਕਰ ਦਿੱਤਾ ਕਿ ਮੇਰਾ ਨਾਮ ਨਾਨਕ ਹੈ ਅਤੇ ਮੈਂ ਸੁੱਖਾਂ ਦੇ ਕਾਰਨ ਨਿਰੰਕਾਰ ਉਸ ਪ੍ਰਮਾਤਮਾ ਵੱਲੋਂ ਭੇਜਿਆ ਹੋਇਆ ਸੇਵਕ ਹਾਂ। ਸੁਣ ਕਰ ਨਾਨੂ ਸ਼੍ਰੋਣ ਮਜਾਰਾ, ਨਿਜ ਸੰਗਨ ਸੋ ਬਚਨ ਉਚਾਰਾ। ਇਸ ਤਰ੍ਹਾਂ ਨਾਨੂ ਪੰਡਤ ਨੇ ਸਤਿਗੁਰਾਂ ਦੇ ਬਚਨ ਸੁਣਨਾ ਕਰਕੇ ਆਪਣੇ ਸਾਥੀਆਂ ਨੂੰ ਦੱਸਣਾ ਕਰ ਦਿੱਤਾ ਹੈ। ਲਿਖਿਓ ਭਵਿੱਖਤ ਮਹਿ ਇਤਿਹਾਸੋ, ਸ੍ਰੀ ਨਾਨਕ ਅਵਤਾਰ ਪ੍ਰਕਾਸ਼ੋ। ਤਾਂ ਉਸ ਵੇਲੇ ਆਪਣੇ ਸਾਥੀਆਂ ਨੂੰ, ਸੰਨਿਆਸੀਆਂ ਨੂੰ, ਜੋਗੀਆਂ ਨੂੰ ਦੱਸ ਰਿਹਾ ਹੈ ਇੱਕ ਇਤਿਹਾਸ ਦੇ ਵਿੱਚ ਭਵਿੱਖ ਬਾਰੇ ਜੋ ਲਿਖਿਆ ਹੈ ਕਿ ਸ੍ਰੀ ਨਾਨਕ ਅਵਤਾਰ ਧਾਰਨਗੇ। ਇਹ ਉਹੀ ਨਾਨਕ ਅਵਤਾਰ ਧਾਰਨ ਕੀਤਾ ਹੈ। ਜਾਤੇ ਮੈਂ ਨਿਜ ਨਾਮ ਧਰਾਵਾ, ਵਿਦਿਆ ਬਲ ਜੀਤੀ ਸਭ ਥਾਵਾ। ਅਤੇ ਆਪਣੇ ਸਾਥੀਆਂ ਨੂੰ ਦੱਸਦਾ ਹੈ ਕਿ ਮੈਂ ਭਵਿੱਖ ਦੇ ਵਿੱਚ ਇਤਿਹਾਸ ਦੇ ਵਿੱਚ ਪੜ੍ਹਿਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਗੁਰੂ ਨਾਨਕ ਦੇਵ ਜੀ ਆਉਣਗੇ ਜੋ ਕਿ ਪ੍ਰਮਾਤਮਾ ਦਾ ਅਵਤਾਰ ਧਾਰਨ ਕਰਨਗੇ। ਮੈਂ ਇਹਨਾਂ ਦੇ ਬਾਰੇ ਪੜ੍ਹਿਆ ਸੀ।
ਇਸੇ ਕਰਕੇ ਹੀ ਮੈਂ ਆਪਣਾ ਨਾਮ ਨਾਨਕ ਚੰਦ ਰੱਖਿਆ ਹੈ ਅਤੇ ਵਿਦਿਆ ਦੇ ਬਲ ਦੇ ਨਾਲ ਸਭ ਥਾਵਾਂ ਤੇ ਜਿੱਤ ਪ੍ਰਾਪਤ ਕੀਤੀ ਹੈ। ਸੋ ਮੈਂ ਨਾਹੈ ਅਬ ਇਹ ਪ੍ਰਗਟਾਏ, ਜਗਤ ਉਦਾਹਰਨ ਕੇ ਹਿਤਾਏ। ਪਰ ਜੇ ਇਹ ਪ੍ਰਗਟ ਹੋ ਗਏ ਹਨ, ਹੁਣ ਮੈਂ ਇਹਨਾਂ ਨੂੰ ਪ੍ਰਗਟ ਕਰ ਦਿੰਦਾ ਹਾਂ ਅਤੇ ਇਹ ਜਗਤ ਦਾ ਉਧਾਰ ਕਰਨ ਵਾਸਤੇ, ਸਾਰਿਆਂ ਦੇ ਪਾਪ ਦੂਰ ਕਰਨ ਵਾਸਤੇ ਆਏ ਹਨ। ਜਿਨ ਕੇ ਬਚਨ ਅਤੋਲ ਡੋਲਾ, ਕੌਣ ਨ ਸਕੈ ਇਨ ਸਨਮੁਖ ਬੋਲਾ। ਹੁਣ ਨਾਨਕ ਪੰਡਤ ਨੇ ਦੋਨੋਂ ਹੱਥ ਜੋੜੇ ਹੋਏ ਹਨ ਅਤੇ ਆਪਣੇ ਸਾਥੀਆਂ ਨੂੰ ਦੱਸ ਰਿਹਾ ਹੈ ਕਿ ਇਹਨਾਂ ਦੇ ਵਚਨ ਅਤੋਲ ਹਨ, ਅਡੋਲ ਹਨ। ਇਹਨਾਂ ਦੇ ਸਾਹਮਣੇ ਕੋਈ ਵੀ ਝੂਠਾ ਮਨੁੱਖ ਬੋਲ ਨਹੀਂ ਸਕਦਾ ਹੈ। ਜੋ ਸੁਨ ਹੈ ਇਨ ਕੋ ਉਪਦੇਸ਼ਾ, ਉਦਰ ਹੈ ਸੇ ਤਜ ਜਗਤ ਕਲੇਸ਼ਾ। ਅਤੇ ਜਿਹੜਾ ਵੀ ਮਨੁੱਖ ਇਹਨਾਂ ਦੇ ਪਵਿੱਤਰ ਮੁਖਾਰ ਬਿੰਦ ਤੋਂ ਇਹਨਾਂ ਦਾ ਉਪਦੇਸ਼ ਸੁਣਦਾ ਹੈ, ਇਹਨਾਂ ਵੱਲੋਂ ਦਿੱਤਾ ਹੋਇਆ ਉਪਦੇਸ਼ ਸਰਵਣ ਕਰਕੇ ਨਾਮ ਸਿਮਰਨ ਕਰਦਾ ਹੈ, ਉਹ ਇਸ ਜਗਤ ਦੇ ਕਲੇਸ਼ਾਂ ਨੂੰ ਛੱਡ ਕੇ ਉਸ ਦਾ ਉਦਾਰ ਹੋ ਜਾਂਦਾ ਹੈ। ਆਸ ਕਾ ਸਾਵਣ ਬੰਦਨਾ ਕੀਨੀ, ਚਰਨ ਪ੍ਰੇਮ ਮੈਂ ਮਤ ਜਿਨ ਪੀਨੀ। ਇਸ ਤਰ੍ਹਾਂ ਨਾਨਕ ਪੰਡਤ ਦੇ ਪਾਸੋਂ ਸੁਣ ਕੇ ਸਾਰੇ ਹੀ ਸੰਨਿਆਸੀਆਂ ਨੇ, ਪੰਡਤਾਂ ਨੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਚਰਨਾਂ ਕਮਲਾਂ ਤੇ ਬੰਦਨਾ ਕੀਤੀ ਅਤੇ ਸਭਨਾਂ ਨੇ ਹੀ ਮੱਥਾ ਟੇਕਿਆ ਹੈ। ਬਿਨੈ ਕਰੀ ਬਹੁ ਭਾਤ ਸੁਹਾਵਨਾ, ਆਪਣੀ ਖਤਾ ਕੇਰ ਬਖਸਾਵਨਾ। ਤਾਂ ਉਸੇ ਵੇਲੇ ਸਾਰੇ ਜਾਣਿਆਂ ਨੇ ਦੋਨੋਂ ਹੱਥ ਜੋੜ ਕਰਕੇ ਸਤਿਗੁਰਾਂ ਦੇ ਚਰਨਾਂ ਤੇ ਨਮਸਕਾਰ ਕੀਤੀ ਅਤੇ ਪ੍ਰੇਮ ਦੇ ਵਿੱਚ ਭਿੱਜਣਾ ਕਰਕੇ ਆਪਣੀ ਭੁੱਲ ਬਖਸ਼ਾਉਣ ਦੇ ਵਾਸਤੇ ਕਈ ਪ੍ਰਕਾਰ ਦੀਆਂ ਸੁਹਾਵਣੀਆਂ ਬੇਨਤੀਆਂ ਅਰਦਾਸਾਂ ਕਰਦੇ ਹਨ। ਹੇ ਪ੍ਰਭੂ ਹਮ ਨ ਗਤ ਨ ਜਾਨੀ, ਤੂੰ ਅਵਤਰਿਓ ਸੰਗ ਗੁਣ ਖਾਨੀ। ਆਪਣੇ ਵੱਲੋਂ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਕਹਿ ਰਹੇ ਹਨ ਕਿ ਹੇ ਪ੍ਰਭੂ ਜੀ, ਹੇ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ, ਅਸੀਂ ਨੇ ਆਪ ਜੀ ਦੀ ਸੋਭਾ ਨੂੰ ਨਹੀਂ ਜਾਣਿਆ ਹੈ ਅਤੇ ਨਾ ਸਮਝ ਹੋਣ ਕਰਕੇ ਆਪ ਜੀ ਦਾ ਸਤਿਕਾਰ ਨਹੀਂ ਕੀਤਾ, ਨਿਰਾਦਰ ਕੀਤਾ ਹੈ। ਤੁਸੀਂ ਤਾਂ ਗੁਣਾਂ ਦੀ ਖਾਨ ਪ੍ਰਭੂ ਦਾ ਅਵਤਾਰ ਹੋ, ਸਾਡੀਆਂ ਭੁੱਲਾਂ ਬਖਸ਼ ਦੇਵੋ। ਜੋ ਜਗ ਵੱਡੇ ਅਚਾਰਜ ਹੋਵੈ, ਸੋ ਪੂਰਬਲੀ ਰੀਤ ਨ ਖੋਵੈ। ਪਰ ਜੋ ਵੀ ਜਗਤ ਦੇ ਵਿੱਚ ਵੱਡੇ ਮਹਾਂਪੁਰਖ ਹੋਇਆ ਕਰਦੇ ਹਨ, ਉਹ ਪਹਿਲਾਂ ਕਦੇ ਵੀ ਆਪਣੀ ਰੀਤੀ ਨਹੀਂ ਗਵਾਉਂਦੇ, ਭਾਵ ਆਪਣੇ ਸੋਭਾ ਨੂੰ ਨਹੀਂ ਦੱਸਦੇ ਹਨ। ਪਰਬ ਦਿਵਸ ਮਹਿ ਮਾਸ ਹਾਰਾ, ਖਾਨ ਪ੍ਰਾਨ ਨਾ ਕਿਸੇ ਉਚਾਰਾ। ਪਰ ਸਤਿਗੁਰੂ ਜੀ, ਇਹਨਾਂ ਤਿਉਹਾਰ ਦੇ ਦਿਨਾਂ ਦੇ ਵਿੱਚ ਮਾਸ ਦਾ ਭੋਜਨ ਕਰਨਾ ਕਿਸੇ ਵੀ ਪੁਰਾਣਾ ਕਿਤਾਬਾਂ ਦੇ ਵਿੱਚ ਨਹੀਂ ਲਿਖਿਆ ਮਿਲਦਾ। ਇਸ ਕਰਕੇ ਅਸੀਂ ਤੁਹਾਨੂੰ ਕੁਝ ਵੀ ਵੱਧ ਘੱਟ ਕਿਹਾ ਹੈ। ਜਾਣਤੇ ਹਮ ਤੁਮ ਸੋ ਕਛ ਭਾਖਾ, ਸਿਮਾ ਕਰੋ ਅਬ ਹਮ ਨ ਲਾਖਾ। ਸਤਿਗੁਰੂ ਜੀ, ਅਸੀਂ ਨੇ ਅਗਿਆਨ ਦੇ ਅੰਧੇਰੇ ਦੇ ਵਿੱਚ ਆਪ ਜੀ ਨੂੰ ਮਾਸ ਦੇ ਪ੍ਰਤੀ ਆਪ ਜੀ ਦੇ ਨਾਲ ਝਗੜਾ ਕੀਤਾ। ਅਸੀਂ ਨੇ ਆਪ ਜੀ ਨੂੰ ਵੱਧ ਘੱਟ ਵਚਨ ਬੋਲੇ ਹਨ। ਇਸ ਕਰਕੇ ਜੇ ਸਾਥੋਂ ਕੁਝ ਵੀ ਗਲਤ ਆਪ ਜੀ ਦੇ ਬਾਰੇ ਕਿਹਾ ਗਿਆ ਹੈ ਤਾਂ ਸਾਡੀਆਂ ਗਲਤੀਆਂ ਮਾਫ ਕਰ ਦੇਵੋ। ਪਰ ਹੁਣ ਅਸੀਂ ਨੇ ਆਪ ਜੀ ਨੂੰ ਪਛਾਣ ਲਿਆ ਹੈ। ਸੁਣ ਕਰ ਬੋਲੇ ਗੁਣੀ ਗਹੀਰਾ, ਹਮ ਤੋ ਧਰੀ ਦੇਗ ਮਹਿ ਖੀਰਾ। ਇਸ ਤਰ੍ਹਾਂ ਉਹਨਾਂ ਦੀਆਂ ਬੇਨਤੀਆਂ ਸੁਣ ਕੇ ਸਤਿਗੁਰੂ ਜੀ ਕਹਿਣ ਲੱਗੇ ਕਿ ਇਹ ਭਾਈ, ਅਸੀਂ ਤਾਂ ਇਸ ਦੇਗ ਦੇ ਵਿੱਚ ਖੀਰ ਧਰੀ ਹੈ ਅਤੇ ਬਹੁਤ ਗਾਈਆਂ ਚਵਾ ਕੇ ਦੁੱਧ ਮੰਗਾਇਆ ਹੈ। ਬਹੁਤੀ ਤੇ ਨ ਚੁਆਏ ਮੰਗਾਈ, ਰਿਦ ਪਾਇਸ ਕੋਏ ਠਾਈ। ਅਤੇ ਜਿਸ ਨੂੰ ਤੁਸੀਂ ਮਾਸ ਸਮਝਣਾ ਕਰਦੇ ਹੋ, ਇਸ ਦੇ ਵਿੱਚ ਖੀਰ ਰਿੰਦਣੀ ਧਰੀ ਹੈ, ਭਾਵ ਸਾਰਿਆਂ ਦੇ ਵਾਸਤੇ ਖੀਰ ਤਿਆਰ ਕੀਤੀ ਜਾ ਰਹੀ ਹੈ। ਬਿਮਲ ਭਇਓ ਰਾਵਲ ਜੋ ਗ੍ਰਾਹੀ, ਆਵ ਸਭ ਭੋਜਨ ਕਰੋ ਇਹਾ ਖਾਹੀ। ਅਤੇ ਇਸ ਤਰ੍ਹਾਂ ਵਿਚਾਰਾਂ ਕਰਦਿਆਂ ਕਾਫੀ ਸਮਾਂ ਬਤੀਤ ਹੋ ਗਿਆ ਅਤੇ ਜੋ ਸੂਰਜ ਨੂੰ ਗ੍ਰਹਿਣ ਲੱਗਿਆ ਸੀ, ਭਾਵ ਸੂਰਜ ਗ੍ਰਹਿਣ ਕਰਕੇ ਗਰਸਿਆ ਗਿਆ ਸੀ,
ਉਹ ਸਾਇਆ ਰਹਿਤ ਨਿਰਮਲ ਹੋ ਗਿਆ ਹੈ। ਤਿਗ ਬਸਾਏ ਪੰਕਤ ਕਰਵਾਈ, ਨਿਰਪਸੁਤ ਸਹਿ ਪਾਇਸ ਵਰਤਾਈ। ਤਾਂ ਉਸ ਵੇਲੇ ਸਤਿਗੁਰਾਂ ਨੇ ਜਿੰਨੇ ਵੀ ਸਤਿਗੁਰਾਂ ਦੇ ਕੋਲ ਸੰਗਤ ਖੜੀ ਸੀ, ਭਾਵ ਬੈਠ ਕੇ ਸੁਣ ਰਹੇ ਸਨ, ਸਾਰਿਆਂ ਨੂੰ ਸਤਿਗੁਰਾਂ ਨੇ ਕਹਿ ਦਿੱਤਾ ਕਿ ਹੁਣ ਸਾਰੇ ਜਾਣੇ ਇੱਥੇ ਹੀ ਬੈਠ ਕੇ ਭੋਜਨ ਛਕੋ। ਸਾਰਿਆਂ ਨੂੰ ਆਪਣੇ ਨੇੜੇ ਬਿਠਾ ਕੇ ਪੰਗਤਾਂ ਲਵਾ ਲਈਆਂ ਅਤੇ ਰਾਜੇ ਦੇ ਪੁੱਤਰ ਸਹਿਤ ਜੋ ਸਤਿਗੁਰਾਂ ਦੇ ਕੋਲ ਆਪਣੇ ਰਾਜ ਭਾਗ ਪ੍ਰਤੀ ਫਰਿਆਦ ਲੈ ਕੇ ਆਏ ਸਨ, ਸਾਰਿਆਂ ਨੂੰ ਪੰਗਤਾਂ ਦੇ ਵਿੱਚ ਬਿਠਾਉਣਾ ਕਰ ਦਿੱਤਾ ਅਤੇ ਭੋਜਨ ਛਕਾਉਣ ਲੱਗੇ ਹਨ। ਹਰਿ ਜਨ ਸੁਖ ਖਲ ਮਾਨ ਵਿਦਾਰੂ, ਸ੍ਰੀ ਮੁਖ ਪੂਛਤ ਬਾਰਸੋ ਬਾਰੂ। ਹਰ ਜਨਾਂ ਨੂੰ ਭਾਵ ਸਭਨਾਂ ਨੂੰ ਸੁਖ ਦੇਣ ਵਾਲੇ, ਖੱਲਾਂ ਦਾ ਮਾਣ ਦੂਰ ਕਰਨ ਵਾਲੇ ਗੁਰੂ ਜੀ ਆਪਣੇ ਮੁਖ ਤੋਂ ਵਾਰ-ਵਾਰ ਪੁੱਛਦੇ ਹਨ। ਰਿਖੀ ਮੁਨੀਸਰ ਔਰ ਦਿਵ ਜੰਦੂ, ਸੌਦਾਗਰ ਤਰ ਕਹਿਤ ਆਨੰਦੋ। ਅਤੇ ਸਾਰੀ ਸੰਗਤ ਲੰਗਰ ਦੇ ਵਿੱਚ ਬੈਠੀ ਖੀਰ ਛਕ ਰਹੀ ਹੈ ਤੇ ਸਤਿਗੁਰੂ ਜੀ ਵਰਤਾ ਰਹੇ ਹਨ ਤੇ ਵਾਰ-ਵਾਰ ਪੁੱਛਦੇ ਹਨ। ਤਾਂ ਉਸ ਵੇਲੇ ਰਿਖੀ ਮੁਨੀ ਬ੍ਰਾਹਮਣ ਸੌਦਾਗਰ ਸਾਰੇ ਹੀ ਖੀਰ ਖਾ ਕੇ ਆਨੰਦ ਤਾਰਨ ਕਰਕੇ ਕਹਿੰਦੇ ਹਨ ਕਿ ਬਹੁਤ ਆਨੰਦ ਆ ਗਿਆ ਹੈ। ਪਾਇਸ ਦੇਖ ਹਿਰਦੈ ਬਿਸਮਾਏ, ਦਿਵਜ ਸੰਨਿਆਸੀ ਸ਼ਰਾਵਤ ਪਤਾਏ। ਸਾਰੇ ਹੀ ਖੀਰ ਨੂੰ ਵੇਖ ਕੇ ਛਕਣਾ ਕਰਕੇ ਬਹੁਤ ਖੁਸ਼ ਹੋਏ ਅਤੇ ਬ੍ਰਾਹਮਣ ਸਿਆਸੀ ਰਿਖੀ ਮੁਨੀ ਸਾਰੇ ਹੀ ਤ੍ਰਿਪਤ ਹੋ ਗਏ ਸਨ। ਦਇਓ ਨੇਕਣ ਕੇਰ ਹਾਰੇ, ਭਾ ਟੋਟ ਚਰਜ ਔਰ ਤਾਰੇ। ਅਤੇ ਹੋਰ ਅਨੇਕਾਂ ਹੀ ਸੰਗਤਾਂ ਜੋ ਲਵੇ ਨੇੜੇ ਹਨ ਸਨ, ਸਾਰਿਆਂ ਨੇ ਆ ਕੇ ਪੰਗਤਾਂ ਦੇ ਵਿੱਚ ਬੈਠ ਕੇ ਖੀਰ ਦਾ ਲੰਗਰ ਛਕਿਆ ਅਤੇ ਇਸ ਤਰ੍ਹਾਂ ਅਟੁੱਟ ਲੰਗਰ ਵੇਖ ਕੇ ਸਾਰੇ ਹਿਰਦੇ ਦੇ ਵਿੱਚ ਬਹੁਤ ਹੈਰਾਨ ਹੋ ਰਹੇ ਸਨ। ਤਛਨ ਨਾਨੂ ਪੰਡਤ ਜੋ, ਸਭ ਹੈ ਨਮਹਿ ਅਸ ਬੋਲਿਓ ਸੋ। ਇਸ ਤਰ੍ਹਾਂ ਸਤਿਗੁਰਾਂ ਦੀ ਸੋਭਾ ਵੇਖ ਕੇ, ਵਡਿਆਈ ਵੇਖ ਕੇ, ਤਾਂ ਜੋ ਆਪਣੇ ਆਪ ਨੂੰ ਨਾਨਕ ਤੰਦ ਖਵਾਉਂਦਾ ਸੀ, ਉਸ ਨੇ ਉੱਚੀ ਆਵਾਜ਼ ਦੇ ਵਿੱਚ ਸਾਰੀ ਸੰਗਤ ਨੂੰ ਆਪਣੇ ਵੱਲੋਂ ਕਹਿ ਰਿਹਾ ਹੈ। ਆਪਨ ਨਾਮ ਤੇ ਏਕ ਕਰਾਰਾ, ਆਵਤੇ ਮੈਂ ਕਰ ਦੀਨ ਨਿਵਾਰਾ। ਮੈਂ ਕਹਿਣ ਲੱਗਿਆ ਕਿ ਮੈਂ ਪੁਰਾਣਾ ਕਿਤਾਬਾਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਦੇ ਆਉਣ ਵਾਸਤੇ ਪੜ੍ਹਿਆ ਸੀ, ਤਾਂ ਕਰਕੇ ਮੈਂ ਆਪਣਾ ਨਾਮ ਨਾਨਕ ਚੰਦ ਰੱਖਣਾ ਕਰ ਲਿਆ ਸੀ ਕਿ ਮੈਂ ਨਾਨਕ ਦਾ ਅਵਤਾਰ ਹਾਂ। ਪਰ ਅੱਜ ਇਹਨਾਂ ਨੇ ਸਾਰਾ ਹੀ ਸਾਡਾ ਪੇਤ ਖੋਲ੍ਹਣਾ ਕਰ ਦਿੱਤਾ ਹੈ, ਭਾਵੇਂ ਪ੍ਰਗਟ ਹੋ ਗਏ ਹਨ। ਤਾਂ ਅੱਜ ਤੋਂ ਬਾਅਦ ਮੈਂ ਆਪਣੀ ਭੁੱਲ ਬਖਸ਼ਾਉਂਦਾ ਹਾਂ ਤੇ ਆਪਣੇ ਨਾਮ ਦੇ ਪਿੱਛੋਂ, ਨਾਨਕ ਦੇ ਪਿੱਛੋਂ ਜੋ ਕੱਕਾ ਅੱਖਰ ਹੈ ਉਹ ਕੱਟ ਦਿੰਦਾ ਹਾਂ ਤੇ ਅੱਜ ਤੋਂ ਬਾਅਦ ਮੇਰਾ ਨਾਮ ਨਾਨੂ ਹੈ। ਨਾਨਕ ਤੇ ਨਾਨੂ ਮੋਹਿ ਕਹੀਏ, ਨਾਨਕ ਨਾਮ ਇਨਹਿ ਕੋ ਲਹੀਏ। ਸਭਨਾਂ ਨੂੰ ਕਹਿ ਦਿੱਤਾ ਕਿ ਮੈਂ ਅੱਜ ਤੋਂ ਬਾਅਦ ਆਪਣੇ ਨਾਮ ਦੇ ਪਿੱਛੋਂ ਕੱਕਾ ਅੱਖਰ ਹੈ ਜੋ ਕੱਟ ਦਿੱਤਾ ਹੈ ਤੇ ਜਿਹੜੇ ਸਾਰੇ ਹੀ ਜੋ ਵੀ ਮੈਨੂੰ ਬੁਲਾਉਂਦੇ ਹੋ, ਤੁਸੀਂ ਸਾਰਿਆਂ ਨੇ ਮੈਨੂੰ ਅੱਜ ਤੋਂ ਬਾਅਦ ਨਾਨੂ ਕਹਿ ਕੇ ਬੁਲਾਉਣਾ ਹੈ। ਇਸ ਪ੍ਰਕਾਰ ਕੀ ਮਹਿਮਾ ਗਾਈ, ਸੁਣ ਕਰ ਸਭ ਹਨ ਕੇ ਮਨ ਪਾਈ। ਇਸ ਪ੍ਰਕਾਰ ਮੈਨੂੰ ਨਾਨੂ ਦਾ ਨਾਮ ਲੈ ਕੇ ਪੁਕਾਰਨਾ ਹੈ, ਭਾਵ ਬੁਲਾਉਣਾ ਹੈ ਤੇ ਅੱਜ ਤੋਂ ਬਾਅਦ ਜੋ ਨਾਨਕ ਨਾਮ ਹੈ ਉਹ ਇਹਨਾਂ ਦਾ ਹੈ, ਭਾਵ ਗੁਰੂ ਨਾਨਕ ਦੇਵ ਜੀ ਦੇ ਵੱਲ ਇਸ਼ਾਰਾ ਕਰਕੇ ਸਭਨਾਂ ਨੂੰ ਦੱਸਣਾ ਕਰ ਦਿੱਤਾ। ਤੇ ਇਸ ਪ੍ਰਕਾਰ ਮਹਿਮਾ ਗਾਈ ਜਿਹੜੀ ਵੀ ਸੁਣ ਕੇ ਸਾਰਿਆਂ ਨੂੰ ਬਹੁਤ ਚੰਗੀ ਲੱਗੀ, ਭਾਵ ਜੋ ਨਾਨੂ ਨੇ ਦੱਸਣਾ ਕਰ ਦਿੱਤਾ ਕਿ ਮੈਂ ਇਸ ਤਰ੍ਹਾਂ ਆਪਣਾ ਨਾਮ ਰੱਖਿਆ ਸੀ, ਤਾਂ ਉਸ ਵੇਲੇ ਸਾਰਿਆਂ ਨੇ ਸੁਣ ਕੇ ਬਹੁਤ ਮਹਿਮਾ ਗਾਈ ਅਤੇ ਚੰਗੀ ਗੱਲ ਮੰਨੀ ਕਿ ਇਸ ਨੇ ਆਪਣਾ ਜੋ ਇਹਨਾਂ ਨੇ ਗਲਤੀ ਕੀਤੀ ਸੀ ਉਹ ਗਲਤੀ ਮੰਨ ਲਈ ਹੈ। ਪਦ ਪਾਹੁਲ ਬਹੁਤਨ ਤਵ ਲੀਨੀ, ਗੁਰਮਤ ਧਰੀ ਸਗਲ ਵਿਦ ਚੀਨੀ। ਤਾਂ ਉਸ ਵੇਲੇ ਨਾਨੂ ਪੰਡਤ ਨੇ ਸਤਿਗੁਰਾਂ ਤੋਂ ਚਰਨ ਪਹੁੰਚ ਲੈ ਕੇ ਸਤਿਗੁਰਾਂ ਦਾ ਸਿੱਖ ਬਣ ਗਿਆ ਤੇ ਇਸੇ ਤਰ੍ਹਾਂ ਸਾਰੇ ਹੀ ਸੱਜਣ ਜੋ ਉੱਥੇ ਸਤਿਗੁਰਾਂ ਦਾ ਉਪਦੇਸ਼ ਸੁਣ ਰਹੇ ਸਨ, ਸਾਰਿਆਂ ਨੇ ਸਤਿਗੁਰਾਂ ਦੀ ਮਹਿਮਾ ਸੁਣ ਕੇ ਚਰਨ ਪਹੁੰਚ ਲੈ ਕੇ ਗੁਰਮਤਿ ਧਾਰਨ ਕਰ ਲਈ ਹੈ। ਸ੍ਰੀ ਮੁਖ ਤੇ ਅਸਗਿਰਾ ਉਚਾਰੀ, ਰਾਖੋ ਧਰਮ ਵਰਨ ਅਨੁਸਾਰੀ। ਤਾਂ ਉਸ ਵੇਲੇ ਸਤਿਗੁਰਾਂ ਨੇ ਭਾਈ ਨਾਨੂ ਪੰਡਤ ਤੇ ਹੋਰ ਸਭ ਸੰਗਤ ਨੂੰ ਆਪਣੀ ਚਰਨ ਪਹੁਲ ਦੇ ਕੇ
ਆਪਣੇ ਸਿੱਖ ਬਣਾਉਣਾ ਕਰ ਲਿਆ ਅਤੇ ਸਾਰਿਆਂ ਨੂੰ ਕਹਿ ਦਿੱਤਾ ਕਿ ਆਪਣਾ ਧਰਮ ਗੁਰਮਤਿ ਅਨੁਸਾਰ ਬਤੀਤ ਕਰਨਾ ਹੈ, ਭਾਵ ਉਸ ਪਰਮਾਤਮਾ ਦਾ ਸ਼ੁਕਰਾਨਾ ਸਿਮਰਨ ਕਰਨਾ ਹੈ। ਸਤਨਾਮ ਸਿਮਰ ਹੋ ਜੁਤ ਪ੍ਰੀਤੀ, ਵੰਡ ਖਾਓ ਭੋਜਨ ਸਭ ਰੀਤੀ। ਅਤੇ ਸਾਰਿਆਂ ਨੂੰ ਉਪਦੇਸ਼ ਦੇ ਦਿੱਤਾ ਕਿ ਅੱਜ ਤੋਂ ਬਾਅਦ ਨਾਮ ਜਪੋ, ਵੰਡ ਛਕੋ, ਰਲ ਮਿਲ ਕੇ ਰਹਿੰਦਾ ਉਪਦੇਸ਼ ਦਿੱਤਾ ਤੇ ਸਾਰਿਆਂ ਨੂੰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਵਾਉਣ ਲੱਗੇ ਹਨ। ਸਤਿਗੁਰ ਬਾਣੀ ਕੋ ਅਭਿਆਸਾ, ਕਰੋ ਸਦਾ ਹੈ ਗਿਆਨ ਪ੍ਰਕਾਸ਼ਾ। ਅਤੇ ਸਾਰਿਆਂ ਨੂੰ ਕਹਿ ਦਿੱਤਾ ਕਿ ਅੱਜ ਤੋਂ ਬਾਅਦ ਤੁਸੀਂ ਨੇ ਬਾਣੀ ਦਾ ਅਭਿਆਸ ਕਰਨਾ ਹੈ ਅਤੇ ਸਦਾ ਹੀ ਗਿਆਨ ਦਾ ਪ੍ਰਕਾਸ਼ ਭਾਵ ਗਿਆਨ ਪ੍ਰਾਪਤ ਕਰਨਾ ਹੈ, ਉਸ ਪ੍ਰਮਾਤਮਾ ਦਾ ਸਿਮਰਨ ਕਰਨਾ ਹੈ। ਇਸ ਪ੍ਰਕਾਰ ਕੋ ਸੁਨ ਉਪਦੇਸ਼ਾ, ਕਰ ਕਰ ਬੰਧਨ ਗੇ ਨਿਜ ਦੇਸਾ। ਅਤੇ ਇਸ ਪ੍ਰਕਾਰ ਸਤਿਗੁਰਾਂ ਦਾ ਉਪਦੇਸ਼ ਸੁਣ ਕੇ ਜਿੰਨੀ ਵੀ ਸੰਗਤ ਉੱਥੇ ਕੋਲ ਖੜੀ ਸੀ, ਸੁਣਨਾ ਕਰਦੀ ਸੀ, ਜਿਨ੍ਹਾਂ ਨੇ ਚਰਨ ਪਾਉ ਲਈ ਸੀ, ਸਾਰਿਆਂ ਸਤਿਗੁਰਾਂ ਤੋਂ ਵਿਦਾਇਗੀ ਲੈ ਕੇ ਆਪੋ ਆਪਣੇ ਘਰਾਂ ਨੂੰ ਦੇਸਾਂ ਨੂੰ ਚਲੇ ਗਏ ਹਨ। ਮਹਿਮਾ ਕਰਤ ਜਾਤ ਮਗ ਮਾਹੀ, ਇਹ ਅਵਤਾਰ ਪ੍ਰਭੂ ਕੋ ਆਹੀ। ਅਤੇ ਇਸ ਤਰ੍ਹਾਂ ਸਾਰੇ ਹੀ ਆਪਣੇ ਰਾਹ ਵਿੱਚ ਜਾਂਦੇ ਆ ਗੁਰੂ ਜੀ ਦੀ ਮਹਿਮਾ ਕਰਦੇ ਸਨ ਅਤੇ ਪ੍ਰਮਾਤਮਾ ਦਾ ਅਵਤਾਰ ਸਤਿਗੁਰਾਂ ਨੂੰ ਸਮਝ ਰਹੇ ਸਨ। ਪੁਨ ਰਾਨੀ ਸੁਤ ਕੋ ਸੰਗ ਲੀਨੇ, ਆਣ ਚਰਨ ਪਰ ਬੰਧਨ ਕੀਨੇ। ਅਤੇ ਉਸ ਤੋਂ ਬਾਅਦ ਰਾਣੀ ਆਪਣੇ ਪੁੱਤਰ ਜਗਤ ਰਾਏ ਨੂੰ ਲੈ ਕੇ ਸਤਿਗੁਰਾਂ ਦੇ ਕੋਲ ਆਈ ਤੇ ਸਤਿਗੁਰਾਂ ਦੇ ਚਰਨਾਂ ਤੇ ਬੰਦਨਾ ਕੀਤੀ ਹੈ। ਤੈਨ ਬਿਲੋਕ ਬੋਲੇ ਜਗਤੇਸਾ, ਆਵ ਤੁਮ ਜਾਹੋ ਆਪਣੇ ਦੇਸਾ। ਜੋ ਜਗਤ ਰਾਏ ਤੇ ਉਸ ਦੀ ਮਾਤਾ ਰਾਣੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਬੰਦਨਾ ਕੀਤੀ ਸੀ, ਭਾਵ ਆਪਣੀ ਫਰਿਆਦ ਲੈ ਕੇ ਆਏ ਸਨ ਕਿ ਸਾਡਾ ਰਾਜ ਭਾਗ ਖੁਸ਼ਨਾ ਕਰ ਗਿਆ ਹੈ, ਭਾਵ ਸਾਨੂੰ ਰਾਜ ਭਾਗ ਤੋਂ ਅਲੱਗ ਕਰ ਦਿੱਤਾ ਹੈ। ਤਾਂ ਉਸ ਵੇਲੇ ਸਤਿਗੁਰਾਂ ਦੇ ਪਾਸ ਬੰਦਨਾ ਕਰ ਰਹੇ ਸਨ। ਤਾਂ ਉਸ ਵੇਲੇ ਜਗਤ ਦੇ ਮਾਲਕ ਈਸ਼ਵਰ ਸਤਿਗੁਰੂ ਗੁਰੂ ਨਾਨਕ ਦੇਵ ਜੀ ਉਹਨਾਂ ਨੂੰ ਕਹਿਣ ਲੱਗੇ ਕਿ ਹੁਣ ਤੁਸੀਂ ਆਪਣੇ ਦੇਸ਼ ਨੂੰ ਚਲੇ ਜਾਵੋ। ਸਨਮੁਖ ਹੈ ਕਰ ਕਰੋ ਲੜਾਈ, ਨਹ ਠਹਿਰ ਅਰ ਜਾਹੇ ਭਲਾਈ। ਸਤਿਗੁਰਾਂ ਨੇ ਜਗਤ ਰਾਏ ਤੇ ਉਸ ਦੀ ਮਾਤਾ ਨੂੰ ਕਹਿ ਦਿੱਤਾ ਕਿ ਤੁਸੀਂ ਆਪਣੇ ਦੇਸ਼ ਜਾਵੋ ਤੇ ਦੁਸ਼ਮਣ ਦੇ ਨਾਲ ਲੜਾਈ ਕਰੋ ਅਤੇ ਬਹੁਤ ਸਮਾਂ ਲੜਾਈ ਕਰਨ ਦੇ ਨਾਲ ਜੋ ਆਪ ਜੀ ਦਾ ਦੁਸ਼ਮਣ ਹੈ ਉਸ ਤੁਹਾਡੇ ਅੱਗੇ ਠਹਿਰ ਨਹੀਂ ਸਕੇਗਾ, ਭਾਵ ਭੱਜ ਜਾਵੇਗਾ। ਸਰਬ ਰਾਜ ਤੁਮ ਆਪਣਾ ਲੀਜਾ, ਸਤਨਾਮ ਕੋ ਜਾਪ ਜਪੀਜਾ। ਇਸ ਤਰ੍ਹਾਂ ਤੁਸੀਂ ਆਪਣਾ ਲੜਾਈ ਕਰਕੇ ਭਾਵ ਜੰਗ ਕਰਕੇ ਆਪਣਾ ਜੋ ਰਾਜ ਭਾਗ ਖੁਸ਼ਿਆ ਹੈ ਉਸ ਨੂੰ ਪ੍ਰਾਪਤ ਕਰੋ ਤੇ ਉਸ ਤੋਂ ਬਾਅਦ ਜਿਸ ਵੇਲੇ ਤੁਹਾਨੂੰ ਆਪਣਾ ਰਾਜ ਭਾਗ ਪ੍ਰਾਪਤ ਹੋ ਜਾਵੇ ਤਾਂ ਆਪਣੇ ਮਹਿਲਾਂ ਦੇ ਵਿੱਚ ਆਪਣੇ ਨਗਰ ਦੇ ਵਿੱਚ ਧਰਮਸ਼ਾਲਾ ਬਣਵਾਉਣੀ ਹੈ ਅਤੇ ਸਾਰੀਆਂ ਸੰਗਤਾਂ ਨੂੰ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਵਾਉਣਾ ਹੈ, ਭਾਵ ਨਾਲੇ ਆਪ ਜਪਣਾ ਹੈ ਤੇ ਨਾਲੇ ਔਰਾਂ ਨੂੰ ਜਪਾਉਣਾ ਹੈ। ਤਾਂ ਉਸ ਵੇਲੇ ਸਤਿਗੁਰੂ ਜੀ ਵਾਹਿਗੁਰੂ ਦਾ ਸਿਮਰਨ ਕਰਵਾਉਂਦੇ ਹਨ। ਸੋਨਰ ਜਾਏ ਨਿਜ ਸਿਰ ਧਰ ਧਰ ਕੈ, ਗਮਨੇ ਛਪਰ ਹਰ ਖੋਰ ਭਰ ਕੈ। ਇਸ ਤਰ੍ਹਾਂ ਸਤਿਗੁਰਾਂ ਦਾ ਉਪਦੇਸ਼ ਲੈ ਕੇ ਸਤਿਗੁਰਾਂ ਤੋਂ ਆਗਿਆ ਲੈ ਕੇ ਦੋਨੋਂ ਮਾਂ ਪੁੱਤਰਾਂ ਨੇ ਉੱਥੋਂ ਚਾਲੇ ਪਾਉਣਾ ਕਰ ਦਿੱਤੇ ਹਨ ਤੇ ਆਪਣਾ ਰਾਜ ਭਾਗ ਪ੍ਰਾਪਤ ਕਰਨ ਦੇ ਵਾਸਤੇ ਜੋ ਸੈਨਾ ਇਕੱਠੀ ਕਰਨੀ ਹੈ, ਭਾਵ ਜੰਗ ਲੜਨੀ ਹੈ, ਉਸ ਦੇ ਵਾਸਤੇ ਵਿਉਂਤਾ ਕਰਨ ਲੱਗੇ ਅਤੇ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਸੀ ਉਸ ਦਾ ਸਿਮਰਨ ਕਰਦੇ ਹਨ। ਕਹੂੰ ਕਹੂੰ ਤੇ ਸੈਨ ਬਟੋਰੀ, ਪਹੁੰਚੇ ਆਪਣੇ ਦੇਸ਼ ਬਹੋਰੀ। ਇਸ ਤਰ੍ਹਾਂ ਸਤਿਗੁਰੂ ਤੋਂ ਉਪਦੇਸ਼ ਲੈ ਕੇ ਵਾਹਿਗੁਰੂ ਦਾ ਸਿਮਰਨ ਕਰਦਿਆਂ ਮਾਂ ਪੁੱਤਰ ਆਪਣੇ ਦੇਸ਼ ਪਹੁੰਚ ਗਏ ਹਨ ਅਤੇ ਉੱਥੋਂ ਜਾ ਕੇ ਸੈਨਾ ਇਕੱਠੀ ਕਰਕੇ ਜੰਗ ਕੀਤੀ ਅਤੇ ਕੁਝ ਸਮੇਂ ਦੇ ਵਿੱਚ ਜਿਵੇਂ ਸਤਿਗੁਰਾਂ ਨੇ ਕਿਹਾ ਸੀ ਕਿ ਜੋ ਆਪ ਜੀ ਦਾ ਦੁਸ਼ਮਣ ਹੈ ਬਹੁਤ ਸਮਾਂ ਆਪ ਜੀ ਦੇ ਅੱਗੇ ਟਿਕ ਨਹੀਂ ਸਕੇਗਾ, ਭਾਵ ਭੱਜ ਜਾਵੇਗਾ। ਉਸੇ ਤਰ੍ਹਾਂ ਹੀ ਹੋਇਆ, ਜੰਗ ਲੜੀ ਗਈ, ਦੁਸ਼ਮਣ ਹਾਰ ਖਾ ਕੇ ਭੱਜਿਆ ਤੇ ਉਹਨਾਂ ਨੂੰ ਰਾਜ ਭਾਗ ਪ੍ਰਾਪਤ ਹੋਇਆ। ਤਾਂ ਉਹਨਾਂ ਨੇ ਆਪਣੇ ਮਹਿਲਾਂ ਦੇ ਵਿੱਚ ਧਰਮਸ਼ਾਲਾ ਬਣਵਾਉਣਾ ਕਰਕੇ ਹਰ ਰੋਜ਼ ਸਤਿਗੁਰਾਂ ਵੱਲੋਂ ਦਿੱਤਾ ਉਪਦੇਸ਼ ਗੁਰਬਾਣੀ ਦਾ ਅਭਿਆਸ ਅਤੇ ਵਾਹਿਗੁਰੂ ਦਾ ਸਿਮਰਨ ਆਰੰਭ ਕਰ ਦਿੱਤਾ। ਇਸ ਤਰ੍ਹਾਂ ਨਾਨਕ ਪੰਡਤ ਦਾ ਸਤਿਗੁਰਾਂ ਨੇ ਪਰਦਾ ਫਾਸ਼ ਕੀਤਾ। ਸੋ ਆਪਾਂ
ਇਸ ਤਰ੍ਹਾਂ ਆਪਾਂ ਸਰਵਣ ਕਰਦੇ ਆ ਰਹੇ ਹਾਂ ਕਿ 2 ਦਿਨਾਂ ਤੋਂ ਲੈ ਕੇ ਇਹ ਅਧਿਆਇ ਅੱਜ ਸਮਾਪਤ ਹੋਇਆ ਹੈ। ਸੋ ਆਓ ਸਾਧ ਸੰਗਤ ਜੀ, ਸਮਾਂ ਹੋ ਗਿਆ, ਇੱਥੇ ਹੀ ਸਮਾਪਤੀ ਹੈ। ਸੋ ਕਥਾ ਵਿਚਾਰ ਕਰਦਿਆਂ ਕੋਲੋਂ ਇੱਕ ਨਹੀਂ ਅਨੇਕਾਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਹਨ। ਗੁਰੂ ਸਾਹਿਬ ਤੇ ਸੰਗਤ ਬਖਸ਼ਣ ਯੋਗ ਹੈ, ਬਖਸ਼ ਦੇਣਾ। ਸੋ ਆਓ ਸਰਬੱਤ ਸੰਗਤਾਂ ਦਾ ਧੰਨਵਾਦ, ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਸਭ ਤੋਂ ਵੱਧ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦਾ, ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਕਿਰਪਾ ਦਾ ਸਦਕਾ ਆਪਾਂ ਰੋਜ਼ਾਨਾ ਹੀ ਗੁਰੂ ਦਰਬਾਰ ਅੰਦਰ ਬੈਠ ਕੇ ਸਤਿਗੁਰਾਂ ਦਾ ਜੀਵਨ ਸਰਵਣ ਕਰਦੇ ਹਾਂ। ਸੋ ਆਓ ਬੁਲਾਓ ਫਤਿਹ ਆਖੋ ਜੀ ਗੱਜ ਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।